नमो करजोरी, श्री हरि कृष्ण नामे गोरी, परम कृपाला जी, गुरु मेरा परम कृपाला गुरु गोविंद सिंह विशाला। तर पुन पुन सीसा जी, पुन सीसा बार जगदीशा। जिसमें अमृत ज्ञान है, नानक भगत वैराग, श्री गुरु ग्रंथ साहिब उदद बंदों कर अनुराग। एक ओंकार सतगुरु ते प्रसाद सच होए, वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम वाहिगुरु जी। ये निज देख कर चिंत में बसेख पे, जाने कलावाने संत को आईया। दामन है कीनो इन भयो विपरीत सो, कुकरियो मिटी बन मन दुख पाइया। चले नह जाए इस वेद की बनाए, अब कीनी खता जो ले जाते बख्शाइया। दोर दोनों मेर चरण गहे यार कर, भये मन दीन कीन बेनती बढ़ाइया। वाहिगुरु जी का खालसा वाहिगुरु जी की फतेह। राजान राज पादान पान देवान देव, हुक्मा महान सतगुरु गरीब नवाज, सृष्टि ਨੂੰ ਠਾਰਨ ਵਾਲੇ, ਉਬਾਰਨ ਵਾਲੇ, ਤਾਰਨ ਵਾਲੇ ਪਿਆਰੇ ਪਿਤਾ ਜੀ। ਆਪ ਸੰਗਤਾਂ ਧੰਤਾਂ ਦੇ ਯੋਗ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਚਰਨਾਂ ਕਮਲਾਂ ਨਾਲ ਜੋੜਿਆ, ਸਾਧੂਆਂ ਦੀ ਸੰਗਤ ਬਖਸ਼ੀ ਹੈ। ਜਿਨ ਸੇਵਿਆ ਤੇ ਨਾ ਪਾਇਆ ਮਾਨ, ਮਹਾਰਾਜ ਕਹਿੰਦੇ ਜਿਹੜਾ ਵੀ ਭਾਵਨਾ ਨਾਲ ਸੇਵਾ ਕਰਦਾ ਮਾਣ ਮਿਲਦਾ। ਨਾਨਕ ਗਾਵੀਐ ਗੁਣੀ ਨਿਦਾਨ, ਗਾਵੀਐ ਸੁਣੀਏ ਮਨ ਰਖੀਏ ਭਾਉ। ਕਹਿੰਦੇ ਜਿਹੜੇ ਗਾਉਂਦੇ ਵੀ ਆ, ਜਿੱਦਾਂ ਤੁਸੀਂ ਸ਼ਬਦ ਗਾ ਰਹੇ ਸੀ, ਹੁਣ ਸੁਣਨਾ ਵਾ ਤੇ ਕਹਿੰਦੇ ਦੋਵੇਂ ਚੀਜ਼ਾਂ ਨੂੰ ਗਾ ਕੇ ਸੁਣ ਕੇ ਤੇ ਮਨ ਰੱਖੀਐ ਭਾਉ। ਆਪਣੇ ਮਨ ਦੇ ਵਿੱਚ ਪ੍ਰੇਮ ਰੱਖਣਾ। ਇੱਕ ਹੁੰਦਾ ਸੰਗਤ ਨੇ ਸਾਖੀ ਸੁਣ ਲੈਣੀ ਪਰ ਮੰਨਣੀ ਨਹੀਂ। ਇੱਕ ਹੁੰਦਾ ਕਥਾ ਸੁਣ ਕੇ ਉਹਨੂੰ ਚੇਤੇ ਰੱਖਣਾ, ਕਿਤੇ ਸਮਾਂ ਪਵੇ ਤੇ ਗੁਰਸਿੱਖਾਂ ਦੀ ਸੰਗਤ ਮਿਲੇ ਤੇ ਉਹਨਾਂ ਦੀ ਸੇਵਾ ਕਰਨੀ। ਉੱਥੇ ਸਾਖੀ ਦਾ ਪੇਪਰ ਹੁੰਦਾ। ਹੁਣ ਮੰਨ ਲਓ ਆਪਾਂ ਰਾਏ ਬੁਲਾਰ ਦੀ ਸਾਖੀ ਸੁਣੀ ਸੀ ਵੀ ਉਹਨੇ ਮਹਾਰਾਜ ਨੂੰ ਲੰਗੇ ਤੇ ਬਿਠਾਇਆ, ਉਹਦੇ ਚਰਨ ਧੋਤੇ, ਸੋਨੇ ਦੇ ਭਾਂਡੇ 'ਚ ਪਾਣੀ ਪਾ ਕੇ, ਹੈ ਨਾ। ਰੱਬ ਨਾ ਕਰੇ ਕੱਲ੍ਹ ਨੂੰ ਆਪਣੇ ਘਰ ਕੋਈ ਅਤਿਥੀ ਆ ਜੇ, ਮੰਨ ਲਓ ਕੋਈ ਲੇਬਰ ਵਾਲਾ, ਕੋਈ ਛੋਟਾ ਜੀਵ ਵਿਚਾਰਾ ਆ ਜੇ ਤੇ ਆਪਾਂ ਉਹਨੂੰ ਪਾਣੀ ਵੀ ਨਾ ਪਿਆਈਏ ਤੇ ਮਾਰੇ ਕਹਿੰਦੇ ਫਿਰ ਤੇਰੀ ਸਾਖੀ ਸੁਣੀ ਤੇ ਅਮਲ ਨਹੀਂ ਕੀਤਾ। ਜਦੋਂ ਤੈਨੂੰ ਮੈਂ ਪਰਖਿਆ ਤੂੰ ਤੇ ਉਹ ਫੇਲ ਹੋਇਆ। ਅਤਿਥੀ ਦਾ ਭਾਵ ਹੈ ਕੋਈ ਵੀ ਆ ਸਕੇ, ਜ਼ਰੂਰੀ ਨਹੀਂ ਬਾਬੇ ਆਉਣ ਤੇ ਉਹਨਾਂ ਦੀ ਸੇਵਾ ਕਰਨੀ, ਕੋਈ ਵੀ ਆਵੇ ਉਹਨੂੰ ਜੀ ਆਇਆ ਆਖਣਾ, ਬਿਠਾਉਣਾ ਹੈ, ਜਲ ਪਾਣੀ ਦੀ ਸੇਵਾ ਕਰਨੀ ਹੈ। ਮਹਾਰਾਜ ਕਹਿੰਦੇ ਗਾਵੀਐ ਸੁਣੀਐ ਮਨ ਰਖੀਏ ਭਾਉ। ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਕਿ ਜਿਹੜੀਆਂ ਬੀਬੀਆਂ ਭੈਣਾਂ ਜਾਂ ਸੰਗਤਾਂ ਇੱਦਾਂ ਕਰਦੇ ਆ ਵੀ ਭਾਵਨਾ ਜਿਨ੍ਹਾਂ ਕੋਲੇ ਵੀ ਉਹ ਸੁਣ ਕੇ ਮੰਨ ਕੇ ਤੇ ਸ਼ਰਧਾ ਨਾਲ ਜਦੋਂ ਮੌਕਾ ਮਿਲਦਾ ਸੇਵਾ ਕਰਦੇ ਤੇ ਫਿਰ ਉਹਨਾਂ ਨੂੰ ਕੀ ਮਿਲਦਾ।
ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੁੱਖ ਪਰ ਹਰ ਸੁਖ ਕਰ ਲੈ ਜਾਏ। ਕਹਿੰਦੇ ਮਹਾਰਾਜ ਉਹਨਾਂ ਦੇ ਸਾਰੇ ਦੁੱਖ ਆਪਣੇ ਕੋਲੇ ਰੱਖ ਲੈਂਦੇ ਐ ਤੇ ਉਹਨਾਂ ਦੀ ਝੋਲੀ 'ਚ ਸੁੱਖ ਪਾ ਕੇ ਕਹਿੰਦੇ ਘਰ ਨੂੰ ਲੈ ਜਾਓ, ਘਰ ਨੂੰ ਲੈ ਜਾਓ। ਐਸਾ ਸਮਰੱਥ ਸਤਿਗੁਰੂ ਹੈ। ਸੋ ਸਾਧ ਸੰਗਤ ਬਹੁਤ ਹੀ ਵੱਡੇ ਭਾਗ ਨੇ। ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਆਸਰਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਜੁਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਇੱਕ ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਜੁਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਇੱਕ ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਜੁਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਜੁਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਇੱਕ ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਇੱਕ ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਓੰਕਾਰ ਇੱਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਅਜੂਨੀ
ਮਾਧੋ ਜੀ, ਮੇਰੇ 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 ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, 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 ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧੋ ਜੀ, 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 ਮੇਰੇ ਮਾਧੋ ਜੀ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਮਾਲਕ ਹੋ, ਮਾਂ ਪਿਓ ਹੋ, ਆਪ ਜੀ ਦੀ ਸ਼ਰਨ 'ਚ ਜਿਹੜਾ ਵੀ ਆਉਂਦਾ ਹੈ ਤਰ ਜਾਂਦਾ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੀਏ ਨਿਜ ਦੇਖ ਕਰ ਚਿੰਤ ਮੈਂ ਵਿਸ਼ੇਕ ਪਏ, ਜਾਣੇ ਕਲਾਵਾਨ ਏ ਸੰਤ ਕੋ ਆਈਆ। ਕਬੀਰਾਜ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਭਾਈ ਮਰਦਾਨਾ ਜੀ ਦੇ ਗਲ ਦੇ ਵਿੱਚੋਂ ਭਾਈ ਬਾਲਾ ਜੀ ਨੇ ਧਾਗਾ ਤੋੜਿਆ, ਜਦੋਂ ਧਾਗਾ ਟੁੱਟਿਆ ਤੇ ਭਾਈ ਮਰਦਾਨਾ ਜੀ ਆਪਣੇ ਪਿਛਲੇ ਰੂਪ ਵਿੱਚ ਵਾਪਸ ਆਏ। ਜਦੋਂ ਵਾਪਸ ਆਏ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਵਿਰਾਗ ਦੇ ਨਾਲ ਧੋ ਛੱਡਿਆ, ਕਿਉਂਕਿ ਜਦੋਂ ਮਨੁੱਖ ਤੋਂ ਗਲਤੀ ਹੁੰਦੀ ਨਾ, ਉਹਨੂੰ ਫਿਰ ਪਛਤਾਵਾ ਆਵੇ ਤੇ ਉਹ ਫਿਰ ਅੱਖਾਂ ਬਹੁਤਾ ਹੀ ਜਲ ਜਿਹੜਾ ਹੈ ਧਰਤੀ ਵੱਲ ਨੂੰ ਵਹਾਉਂਦੀਆਂ, ਵਿਰਾਗ ਆਉਂਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਫਿਰ ਗਲੇ ਨਾਲ ਲਾਇਆ, ਧਰਤੀ ਤੋਂ ਚੁੱਕ ਕੇ ਹਜ਼ੂਰ ਕਹਿੰਦੇ ਭਾਈ ਮਰਦਾਨਾ ਨਹੀਂ ਰੋਣਾ, ਅਸਾਂ ਦੀ ਤੁਸਾਂ ਤੇ ਡਾਢੀ ਕਿਰਪਾ ਹੈ, ਪਰ ਤੁਸਾਂ ਨੇ ਅਸਾਂ ਦੇ ਵਚਨ ਨਹੀਂ ਪਾਲੇ, ਨਹੀਂ ਤਾਂ ਤੁਸਾਂ ਨੇ ਖੁਦਾ ਦੀ ਸਿਫਤ ਕੀਤੀ, ਰਬਾਬੀ ਹੋ ਤੁਸੀਂ, ਅਸਾਂ ਤੁਸਾਂ 'ਚ ਕਾਏ ਫਰਕ ਨਹੀਂ। ਇਸ ਕਰਕੇ ਭਾਈ ਮਰਦਾਨਾ ਜੀ ਤੁਹਾਡੇ ਤੇ ਕੋਈ ਵਾਰ ਕਰਜੇ ਹੋ ਨਹੀਂ ਸਕਦਾ, ਤੁਸੀਂ ਪਰ ਬਚਨ ਮੋੜੇ ਹੈ। ਇਸ ਕਰਕੇ ਜਦੋਂ ਬਚਨ ਸਿੱਖ ਖਰਾਬ ਕਰ ਦਿੰਦਾ ਗੁਰੂ ਦੇ, ਤੇ ਗੁਰੂ ਦੀ ਜਿਹੜੀ ਕਿਰਪਾ ਹੁੰਦੀ ਨਾ ਉਹ ਵਾਪਸ ਹੋ ਜਾਂਦੀ ਵਾਪਸ। ਮਹਾਰਾਜ ਕਹਿੰਦੇ ਨਾ ਸਤਿਗੁਰ ਸਿੱਖ ਕਾ ਪਰਦਾ ਢਾਕੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਮਹਾਰਾਜ ਕਹਿੰਦੇ ਮੈਂ ਤੇਰੇ ਪਰਦੇ ਢੱਕਣ ਲਈ ਖੜੋਤਾ ਹੈ, ਪਰ ਤੂੰ ਵਿਕਾਰ ਨਾ ਕਰੀਂ, ਵਿਕਾਰੀ ਹੋਵੇਂਗਾ ਫਿਰ ਮੈਂ ਤੇਰੇ ਮਗਰ ਨਹੀਂ ਆਵਾਂਗਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਉਹਨਾਂ ਦੇ ਬਚਨ ਬੜੇ ਮਹਿੰਗੇ ਆ, ਬੜੇ ਬੜੇ ਮਹਿੰਗੇ ਬਚਨ ਹੈ। ਇੱਕ ਸਿੱਖ ਦੀ ਸਾਖੀ ਆਉਂਦੀ ਹੈ, ਉਜੈਨ ਨਗਰੀ ਤੋਂ ਬਿਸੰਬਰ ਦਾਸ ਸੇਠ ਹਰ ਸਾਲ ਆਨੰਦਪੁਰ ਜਾਂਦਾ ਆਪਣਾ ਦਸਵੰਧ ਲੈ ਕੇ। ਉਸ ਵੇਲੇ ਉਹਦਾ ਦਸਵੰਧ ਸੀ 500 ਮੋਹਰ, ਯਾਨੀ ਅੱਜ ਦਾ 50 ਲੱਖ ਰੁਪਈਆ ਬਣਦਾ, ਜ਼ਿਆਦਾ ਬਣ ਸਕਦਾ ਕਿਉਂਕਿ 78,000 ਮੋਹਰ ਉਸ ਵੇਲੇ ਦੀ ਤੇ ਅੱਜ ਬਣਦੀ ਹੈ ਜੀ 2 ਅਰਬ 50 ਕਰੋੜ। ਅੱਜ ਦੇ ਨਾਲ ਜੀ ਗਿਣਤੀ ਕਰੀਏ 50 ਲੱਖ ਲਾਓ ਜੀ, ਯਾਨੀ ਸਾਲ ਬਾਅਦ 50 ਲੱਖ ਰੁਪਈਆ ਜਿਹੜਾ ਉਹ ਮਹਾਰਾਜ ਨੂੰ ਮੱਥਾ ਟੇਕ ਕੇ ਆਉਂਦਾ। ਉਹਦਾ ਕਾਰੋਬਾਰ ਏਡਾ ਸੋਹਣਾ ਸੀ, ਮਹਾਰਾਜ ਨੇ ਬਖਸ਼ਿਆ। ਤੇ ਮਹਾਂਪੁਰਖ ਬਾਬਾ ਮਸਕੀਨ ਜੀ ਵੀ ਕਹਿੰਦੇ ਸਨ, ਕਹਿੰਦੇ ਜੇ ਕਿਸੇ ਦੀ ਕਰੋੜ ਆਮਦਨ ਨਾ, ਕਰੋੜ 10 ਕਰੋੜ, ਤੇ 10 ਕਰੋੜ ਦੇ ਵਿੱਚੋਂ 1 ਕਰੋੜ ਉਹਦਾ
ਤੇ ਜੇ ਕਿਸੇ ਦੀ 100 ਰੁਪਈਆ ਆਮਦਨ ਆ ਤੇ 10 ਰੁਪਈਏ ਉਹਦੇ ਬਣਦੇ। ਤੇ ਕਹਿੰਦੇ ਮਤਾਂ ਕੋਈ ਆਖੇ ਕਿ ਮੈਂ ਤੇ 1 ਕਰੋੜ ਦਿੱਤਾ ਗੁਰੂ ਘਰ ਤੇ ਇਹਨੇ 10 ਰੁਪਈਏ, ਕਹਿੰਦੇ ਦਸਵੰਧ ਦੇ ਹਿਸਾਬ ਨਾਲ ਦੋਵੇਂ ਜਾਣੇ ਇੱਕੋ ਜਿਹੀ ਆ, ਕਿਉਂਕਿ ਉਹਦੀ 100 ਰੁਪਈਆ ਆਮਦਨ ਆ, ਉਹਦੀ 1 ਕਰੋੜ ਰੁਪਈਆ ਹੈ। ਉਹਦੇ 100 10 ਰੁਪਈਏ ਨਿਕਲਦੇ, ਉਹਦਾ ਇੱਕ ਦਿਨ ਦਾ 10,000 ਹੈ। ਮਹਾਰਾਜ ਦੀਆਂ ਦਾਤਾਂ ਨੇ ਕਿ ਕਰਮਾਂ ਅਨੁਸਾਰ ਉਹ ਬਾਪੂ ਹਰ ਸਾਲ ਅਨੰਦਪੁਰ ਜਾਂਦਾ ਸੀ। ਉਹਨੂੰ ਵਡੇਪਾ ਆ ਗਿਆ, ਮੰਜੀ ਤੇ ਬਹਿ ਗਿਆ ਤੇ ਆਪਣੇ ਬੇਟੇ ਨੂੰ ਭੇਜਿਆ, ਕਥਾ ਤੁਸੀਂ ਸੁਣੀ ਆ, ਮੈਂ ਤਾਂ ਯਾਦ ਦਵਾਈ ਵੀ ਬਚਨ ਬੜੇ ਮਹਿੰਗੇ ਆ ਤੇ ਜਿਨ੍ਹਾਂ ਸਿੱਖਾਂ ਨੂੰ ਬਚਨਾਂ ਦੀ ਕਦਰ, ਉਹ ਬਚਨ ਖਰੀਦ ਵੀ ਲੈਂਦੇ ਜੀ, ਬਚਨ ਲੈ ਲੈਣੇ ਆ। ਤਾਂ ਉਹੀ ਗੱਲ ਹੋਈ, ਉਹਦੇ ਬੇਟੇ ਨੇ ਜਾ ਕੇ ਮੱਥਾ ਟੇਕਿਆ, ਸਾਰੀ ਸੰਗਤ ਸਜੀ ਸੀ ਤੇ ਉਹਨੇ 500 ਮੋਹਰ ਕਲਗੀਧਰ ਬਾਪੂ ਬਾਜਾਂ ਵਾਲੇ ਮਹਾਰਾਜ ਜੀ ਦੇ ਅੱਗੇ ਭੇਟਾ ਕੀਤੀ ਤੇ ਮਹਾਰਾਜ ਬੜੇ ਪ੍ਰਸੰਨ ਹੋਏ। ਇਹਨੇ ਪੁੱਤਰ ਬਾਪੂ ਜੀ ਨਹੀਂ ਆਏ ਐਤਕੀ, ਜਿਹੜੇ ਜੁੜੇ ਹੋਏ ਪਰਿਵਾਰ ਨੇ ਉਹਨਾਂ ਦੇ ਬੱਚੇ ਵੀ ਗਾਂ ਜੁੜਦੇ, ਕਿਉਂਕਿ ਉਹ ਸਿੱਖਿਆ ਦਿੰਦੇ ਆ। ਜਿਨ੍ਹਾਂ ਆਪ ਨਹੀਂ ਜੁੜੇ ਤੇ ਬੱਚਿਆਂ ਨੇ ਕਿੱਥੋਂ ਜੁੜਨਾ, ਆਖੋ ਸਤਿਨਾਮ ਵਾਹਿਗੁਰੂ। ਤੋ ਇਸ ਕਰਕੇ ਕਹਿਣ ਲੱਗੇ ਜੀ ਬਾਪੂ ਜੀ ਬਿਰਧ ਹੋ ਗਏ ਐ, ਉਹਨਾਂ ਤੋਂ ਸਫ਼ਰ ਨਹੀਂ ਹੁੰਦਾ ਤੇ ਤੁਹਾਨੂੰ ਯਾਦ ਬੜਾ ਕਰਦੇ, ਜੇ ਕਿਤੇ ਆਏ ਤੇ ਆਇਓ। ਤੇ ਮਹਾਰਾਜ ਸਾਹਿਬ ਡਾਢੇ ਖੁਸ਼ ਹੋਏ ਤੇ ਪਾਤਸ਼ਾਹ ਜੀ ਨੇ ਮੋਹਰਾਂ ਪ੍ਰਵਾਨ ਕਰਕੇ ਤੇ ਉਹਨੂੰ ਆਖਿਆ ਵੀ ਆਪਣਾ ਹੱਥ ਫੜਾਈ ਸਨ। ਕਲਗੀਧਰ ਵੇਖੋ ਕਿੰਨੇ ਭਾਗ ਚੰਗੇ, ਮਹਾਰਾਜ ਆਵਾਜ਼ ਮਾਰ ਕੇ ਹੱਥ ਫੜਿਆ। ਅਸੀਂ ਬਾਬਿਆਂ ਨੂੰ ਹੱਥ ਫਟਾਫਟ ਫੜਾਉਣੇ, ਗੁਰੂ ਨੂੰ ਵੀ ਫੜਾ ਦਿਆ ਕਰੋ। ਵੇਖਿਓ ਕਿੱਦਾਂ ਸਾਫ਼ ਕਰਦਾ ਤੁਹਾਡੇ ਜਨਮਾਂ ਜਨਮਾਂ ਦੀਆਂ ਲਕੀਰਾਂ। ਜਦੋਂ ਫਿਰ ਗੁਰੂ ਸਾਹਿਬ ਨੇ ਹੱਥ ਫੜਿਆ ਤੇ ਮਹਾਰਾਜ ਨੇ ਆਪਣੇ ਗੀਸੇ ਦੇ ਵਿੱਚੋਂ ਸਰਬ ਲੋਹ ਦਾ ਕੜਾ ਕੱਢ ਕੇ ਤੇ ਉਹ ਬਿਸੰਬਰ ਦਾਸ ਦੇ ਬੇਟੇ ਦੇ ਗੁੱਟ ਤੇ ਪਾਤਾ ਤੇ ਗੁੱਟ ਤੇ ਕੜਾ ਪਾ ਕੇ ਤੇ ਬਾਜਾਂ ਵਾਲੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਆਖਿਆ, ਜਾ ਪੁੱਤ, ਤੁਹਾਡੀ ਪੀੜ੍ਹੀ ਗੁਰੂ ਘਰ ਨੂੰ ਮੰਨਦੀ ਹੈ ਤੇ ਤੁਹਾਡੀ ਸਿੱਖੀ ਸੇਵਕੀ ਸਵਾਸਾਂ ਨਾਲ ਨਿਭੇਗੀ। ਸਤਿ ਸ਼੍ਰੀ ਅਕਾਲ। ਹੁਣ ਉਹ ਸੀ ਥੋੜਾ ਜਿਹਾ ਨਾਸਤਿਕ ਬਿਰਤੀ ਵਾਲਾ, ਹੁਣ ਬਾਪੂ ਜੁੜਿਆ ਸੀ, ਉਹਨੂੰ ਪਹਿਲੀ ਵਾਰੀ ਭੇਜਿਆ। ਉਹ ਬੰਦਾ ਥੋੜਾ ਜਿਹਾ ਲਾਲਚੀ ਸੀ, ਉਹ ਤੇ ਉਦੋਂ ਹੀ ਅਟਲ ਪਟਲ ਹੋ ਗਿਆ। ਹੁਣ ਮਹਾਰਾਜ ਦੇ ਸਾਹਮਣੇ ਤੇ ਕੀ ਹਸਤੀ ਸੀ ਬੋਲਦਾ, ਬਾਹਰ ਆ ਕੇ ਪ੍ਰਚਾਰ ਕਰਨ ਲੱਗ ਪਿਆ। ਕਹਿੰਦੇ ਜੀ ਲੁੱਟ ਮਚਾਈ ਗੁਰੂ ਨੇ, ਸਾਰੇ ਠੱਗਣ ਦੇ, ਗੁਰੂ ਸਾਹਿਬ ਨੇ ਲੁੱਟ ਮਚਾਈ। ਸਿੱਖਾਂ ਨੇ ਆਖਿਆ ਕੀ ਹੋਇਆ? ਕਹਿੰਦਾ 500, ਜਾਨੀ ਮੈਂ ਅੱਜ ਦੀ ਭਾਸ਼ਾ 'ਚ ਬੋਲਾਂ, ਕਹਿੰਦਾ 50 ਲੱਖ ਰੁਪਈਆ ਮਹਾਰਾਜ ਨੂੰ ਮੱਥਾ ਟੇਕਿਆ ਤੇ ਆ 2 ਰੁਪਈਆਂ ਦਾ ਕੜਾ ਪਾਤਾ ਮੈਨੂੰ। ਸਿੱਖਾਂ ਨੇ ਆਖਿਆ ਓਏ ਤੂੰ ਪਹਿਲੀ ਵਾਰੀ ਆਇਆ, ਤੈਨੂੰ ਪਤਾ ਨਹੀਂ ਗੁਰੂ ਘਰ ਦੀ ਅਜ਼ਮਤ ਦਾ? ਕਹਿੰਦਾ ਅਜ਼ਮਤ ਕਾਹਦੀ ਹੈ? ਉਹ ਜਾ ਕਹਿੰਦਾ ਮੇਰਾ ਬਾਪੂ ਕਮਲਾ ਜਿਹੜਾ ਜੁੜਿਆ ਇਹਨਾਂ ਨਾਲ, ਇਹ ਤਾਂ ਠੱਗੀ ਕਰਨ ਦਾ ਆ। ਤੇ ਸਾਧ ਸੰਗਤ ਜੀ ਉੱਥੋਂ ਤੁਰ ਗਿਆ, ਰਸਤੇ 'ਚ ਤੁਰਿਆ ਜਾਂਦਾ, ਹਨੇਰਾ ਹੋ ਗਿਆ ਤੇ ਇੱਕ ਨਗਰ ਆਇਆ। ਉੱਥੇ ਕੋਈ ਤੁਹਾਡੇ ਵਰਗੀਆਂ ਰੂਹਾਂ ਦੋਵੇਂ ਪਤੀ ਪਤਨੀ ਮਿਲੇ ਤੇ ਸ਼ਾਮਾਂ ਸੀ। ਉਦੋਂ ਲੋਕ ਚੰਗੇ ਸੀ, ਉਦੋਂ ਇੱਕ ਗੱਲ ਸੀ ਵੀ ਘਰਾਂ ਦੇ ਬੂਹੇ ਬਾਏ ਘੱਟ ਹੀ ਹੁੰਦੇ ਸੀ, ਹਵੇਲੀਆਂ ਖੁੱਲੀਆਂ ਸੀ, ਦਿਸ ਪੈਂਦਾ ਸੀ ਬੰਦਾ। ਹੁਣ ਤਾਂ ਮਹਾਰਾਜ ਦੀ ਕਿਰਪਾ ਨਾਲ ਘਰ ਹੀ ਇਦਾਂ ਦੇ ਵੀ ਗਲੀ 'ਚ ਵੀ ਨਹੀਂ ਦੀਦਾ। ਤੇ ਉਹਨਾਂ ਨੇ ਪੁੱਛਿਆ ਵੀ ਸ਼ਾਮਾਂ ਪਈਆਂ, ਕੋਈ ਦੂਰ ਰਾਹਗੀਰ ਲੱਗਦਾ? ਤੇ ਨਾਲੇ ਕੜੇ ਤੋਂ ਪਤਾ ਲੱਗ ਜਾਂਦਾ ਗੁਰੂ ਕੇ ਸਿੱਖ ਦਾ, ਦਾੜੇ ਤੋਂ ਪਤਾ ਲੱਗ ਜਾਂਦਾ ਵੀ ਇਹ ਮਹਾਰਾਜ ਦਾ ਸਿੱਖ ਆ। ਤੇ ਉਹਨਾਂ ਨੇ ਪੁੱਛਿਆ, ਕਹਿੰਦੇ ਭਾਈ ਕਿੱਥੋਂ ਆਇਆ ਹੋ? ਕਹਿੰਦਾ ਆਨੰਦਪੁਰ ਸਾਹਿਬ ਤੋਂ, ਜਿੱਦਾਂ ਤੁਸੀਂ ਬੌਲੀ ਸਾਹਿਬ ਆਉਣੇ ਨੇ। ਉਹ ਕਹਿੰਦੇ ਵੀ ਆਇਆ ਆਨੰਦਪੁਰੋਂ ਹੋਵੇਂ ਤੇ ਚਿਹਰੇ ਤੇ ਤੇਰੇ ਗਮੀ ਹੋਵੇ। ਵੀ ਆਨੰਦਪੁਰੋਂ ਜਿਹੜਾ ਆਉਂਦਾ ਉਹਦੇ ਚਿਹਰੇ ਤੇ ਤਾਂ ਨੂਰ ਹੁੰਦਾ ਹੈ। ਵਾਹਿਗੁਰੂ 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 ਵਾਹਿਗੁਰੂ। ਕਹਿੰਦੇ ਵੀ ਤੇਰੇ ਚਿਹਰੇ ਤੇ ਨੂਰ ਨਹੀਂ ਹੈਗਾ। ਵੀ ਆਨੰਦਪੁਰ ਗੁਰੂ ਗੋਬਿੰਦ ਸਿੰਘ ਨਹੀਂ ਮਿਲੇ? ਕਹਿੰਦਾ ਮਿਲੇ ਆ, ਉਹਨਾਂ ਦਾ ਕਰਕੇ ਤੇ ਪਰੇਸ਼ਾਨ ਆ। ਕਹਿੰਦੇ ਕਿਉਂ?
ਕਹਿੰਦੇ ਉਹ ਮੇਰੇ ਤੋਂ 50 ਲੱਖ ਰੁਪਈਆ ਲੈ ਕੇ ਤੇ ਮੈਨੂੰ ਆ ਕੜਾ ਜਿਹਾ ਪਾ ਕੇ ਕਹਿੰਦੇ ਤੇਰੀ ਸਿੱਖੀ ਨੇ ਵਜੇ। ਘਰ ਵਾਲੀ ਭਾਵਨਾ ਵਾਲੀ ਸੀ, ਵਹਿ ਤੁਰੀ, ਬੋਲਣ ਲੱਗੀ ਤੇ ਪਤੀ ਨੇ ਇਸ਼ਾਰਾ ਕੀਤਾ ਵੀ ਇਹਨੂੰ ਸਮਝ ਨਹੀਂ, ਬੋਲੀ ਨਾ। ਕਹਿੰਦਾ ਵੀ ਹੁਣ ਕੀ ਕਰਨਾ? ਕਹਿੰਦਾ ਕਰਨਾ ਕੀ ਆ, ਡਿੱਗਦੀ ਢਹਿੰਦੇ ਘਰੇ ਜਾਵਾਂਗੇ। ਕਹਿੰਦੇ ਵੀ ਹੁਣ ਰਾਤ ਨੂੰ ਕਿੱਥੇ ਕੋਈ ਟਿਕਾਣਾ ਹੈਗਾ ਕਿ ਨਹੀਂ? ਕਹਿੰਦਾ ਟਿਕਾਣਾ ਕੀ, ਸੌ ਜਾਂਦੇ ਕਿਤੇ ਸੜਕ ਤੇ। ਕਹਿੰਦੇ ਇਦਾਂ ਨਹੀਂ ਹੋ ਸਕਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੋਵੇ ਤੇ ਗਲੀਆਂ 'ਚ ਰੁਲਦਾ। ਆਹ ਘਰ ਮਹਾਰਾਜ ਦਾ ਦਿੱਤਾ ਹੋਇਆ, ਇਹ ਚੱਲ ਚੱਲੀਏ। ਵੱਡਾ ਸਾਰਾ ਘਰ ਸੀ, ਲੈ ਗਏ ਉੱਥੇ। ਉਹ ਕਥਾ ਵਾਲੀ ਗੱਲ ਵੀ ਉਹਨਾਂ ਨੇ ਪਲੰਘੇ ਤੇ ਬਿਠਾਇਆ, ਭੈਣ ਨੇ ਗਰਮ ਪਾਣੀ ਕੀਤਾ। ਜਿਨ੍ਹਾਂ ਨੇ ਇਹ ਚੀਜ਼ ਵੇਖੀ ਨਾ, ਅਸੀਂ ਜਦੋਂ ਜਾਂਦੇ ਸੀ ਨਾ ਨਾਨਕੇ, ਅਤੇ ਜਿਹੜੀ ਨਾਨੀ ਹੁੰਦੀ ਸੀ ਨਾ, ਹੁਣ ਚਲ ਵਿਚਾਰੇ ਨਹੀਂ ਰਹੇ, ਉਦੋਂ ਸਮਝ ਨਹੀਂ ਹੁੰਦੀ, ਉਦੋਂ ਇਹ ਪਰੰਪਰਾ ਸਾਡੇ ਅੱਖਾਂ ਦੇ ਵੇਖਣ 'ਚ ਗੁੰਮ ਹੋਈ। ਬਹੁਤ ਕੁਝ ਮੇਰੀ 30 ਸਾਲ ਜਾਂ 25-26 ਸਾਲਾਂ 'ਚ ਇੰਨੀ ਕੁ ਡਿਵੈਲਪਮੈਂਟ ਹੋ ਗਈ ਵੀ ਕਹਿਣ ਦੀ ਗੱਲ ਹੀ ਨਹੀਂ ਜੀ। ਕਿੰਨਾ ਕੁਝ ਚੇਂਜ ਹੋਇਆ ਪੰਜਾਬ ਦੇ ਵਿੱਚ। ਤੁਸੀਂ ਤਾਂ ਮੇਰੇ ਤੋਂ ਵੱਡੇ ਹੋ, ਤੁਸੀਂ ਤਾਂ ਬਹੁਤ ਕੁਝ ਪਹਿਲਾਂ ਵੇਖਿਆ, ਪਰ ਮੇਰੇ ਵੇਂਦਿਆਂ ਬਹੁਤ ਕੁਝ ਗੁੰਮ ਹੋ ਗਿਆ ਇਸ ਧਰਤੀ ਤੋਂ। ਅੱਗੇ ਹੋਰ ਹੋ ਜਾਣਾ। ਉਹ ਛੋਟੇ ਹੁੰਦੇ ਜਾਣੇ ਤੇ ਉਹ ਫਿਰ ਪਲੰਘੇ ਤੇ ਬਿਠਾ ਕੇ ਨਾ ਤੌਲੀਆ ਲੈ ਕੇ ਗਰਮ ਪਾਣੀ ਕਰਕੇ ਸਿਆਲਾਂ 'ਚ, ਤੇ ਪੈਰਾਂ ਦੇ ਉੱਤੋਂ ਮੈਲ ਲਾਉਣੀ ਮਲ ਮਲ ਕੇ ਨਾਨੀ ਨੇ ਕਹਿਣਾ ਬਹਿ ਜਾਓ ਪੁੱਤ। ਇੱਕ ਪਿਆਰ ਸੀ, ਹੁਣ ਨਹੀਂ ਰਹਿ ਗਿਆ। ਵਿਰਲੀਆਂ ਰੂਹਾਂ ਰਹਿ ਗਈਆਂ ਜਿਹੜੀਆਂ ਚਾਅ ਕਰਦੀਆਂ, ਨਹੀਂ ਤੇ ਨਹੀਂ। ਕਿਉਂਕਿ ਚਾਅ ਵੀ ਉਹ ਹੀ ਕਰੂ ਜਿਹਦਾ ਅੰਦਰ ਖਿੜਿਆ, ਜਿਹਦਾ ਅੰਦਰ ਸੜਿਆ ਉਹਨੇ ਚਾਅ ਕਿੱਥੋਂ ਕਰਨਾ। ਤੋ ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਦੋ ਜੀਆਂ ਨੇ ਬੱਠਲ 'ਚ ਜਲ ਪਾਇਆ। ਉਹਨਾਂ ਨੂੰ ਥੋੜ੍ਹਾ ਪਤਾ ਵੀ ਇਹ ਕੌਣ ਕਿੱਥੋਂ ਆ। ਉਹਨਾਂ ਨੂੰ ਤਾਂ ਇਹ ਸੀ ਵੀ ਇਹਦੇ ਕੋਲ ਬਾਜਾਂ ਵਾਲੇ ਦੀ ਬਖਸ਼ਿਸ਼, ਇਹਦੇ ਕੋਲ ਬਾਜਾਂ ਵਾਲੇ ਦੀ ਬਖਸ਼ਿਸ਼ ਆ, ਤੇ ਇਹਨੂੰ ਨਹੀਂ ਆ ਕਦਰ, ਤੇ ਆਪਾਂ ਇਸ ਬਖਸ਼ਿਸ਼ ਨੂੰ ਕਿਸੇ ਤਰ੍ਹਾਂ ਲੁੱਟਣਾ। ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਪਤਨੀ ਕਹਿੰਦੀ ਜੀ ਵੀ ਥੜਾ ਇਹਨੇ ਦੇਣਾ ਨਹੀਂ, ਤੇ ਉਹ ਕਹਿੰਦਾ ਆਪਾਂ ਲੈਣਾ ਵਾ। ਉਹ ਕਹਿੰਦੇ ਫਿਰ ਇਹ ਬਖਸ਼ਿਸ਼ ਮਹਾਰਾਜ ਦੀ ਬੜੀ ਵੱਡੀ, ਜਿਨ੍ਹਾਂ ਦੀ ਸੋਝੀ ਹੈ। ਅਸੀਂ ਆ ਦੁਨਿਆਵੀ ਮਾਇਆ ਮੁਆ ਲਈ ਤੜਫਦੇ ਫਿਰਦੇ, ਇਹ ਕੁਛ ਨਹੀਂ ਹੈ। ਅਸਲੀ ਬਖਸ਼ਿਸ਼ਾਂ ਸਿੱਖੋ ਤੁਹਾਨੂੰ ਦੇਤੀਆਂ ਬਾਪੂ ਨੇ, ਜਿਹੜੀਆਂ ਨਾਲ ਨਿਭਣ ਵਾਲੀਆਂ। ਤੇ ਉਹਨਾਂ ਨੇ ਫਿਰ ਪੁੱਛਿਆ, ਕਹਿੰਦੇ ਵੀ ਤੁਸੀਂ ਪਰੇਸ਼ਾਨ ਕਿਉਂ? ਕਹਿੰਦਾ ਪਰੇਸ਼ਾਨ ਹੀ ਹੋਣਾ, 50 ਲੱਖ ਰੁਪਈਆ ਰੋੜ ਆਇਆ, 500 ਮੋਹਰ ਰੋੜ ਆਇਆ ਏ, ਤੇ ਆ ਕੜਾ ਚੁੱਕ ਕੇ ਪਾਤਾ ਏ। ਤੇ ਉਹ ਸਿੱਖ ਕਹਿੰਦਾ ਵੀ ਇੱਕ ਸੌਦਾ ਕਰੀਏ। ਕਹਿੰਦਾ ਜੀ ਕਾਹਦਾ? ਕਹਿੰਦੇ ਤੂੰ ਸਾਨੂੰ ਕੜਾ ਦੇ ਦੇ ਤੇ 3 ਵਾਰੀ ਕਹਿ ਦੇ ਵੀ ਗੁਰੂ ਗੋਬਿੰਦ ਸਿੰਘ ਦਾ ਬਚਨ ਤੁਹਾਨੂੰ ਦਿੱਤਾ। ਆ ਤੁਸੀਂ ਰੋਜ਼ ਕੀ ਸੁਣ ਕੇ ਜਾਂਦੇ ਇੱਥੋਂ? ਗੁਰੂ ਦੇ ਬਚਨ। ਇਹਨਾਂ ਦੀ ਕੋਈ ਭੇਟਾ ਨਹੀਂ। ਇਹ ਉਹ ਬਚਨ ਹੈ ਜਿਨ੍ਹਾਂ ਨੇ ਤੁਹਾਡਾ ਸਾਥ ਦੇਣਾ ਉਦੋਂ ਜਦੋਂ ਆਪਾਂ ਨੂੰ ਸਾਰਿਆਂ ਨੇ ਚੁੱਕ ਕੇ ਲੱਕੜਾਂ ਤੇ ਰੱਖ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹੇ। ਤੁਸੀਂ ਫਿਰ ਪੜੋ, ਅਮੁੱਲ ਆਵਹਿ, ਤੁਹਾਡਾ ਵੀ ਕੋਈ ਮੁੱਲ ਨਹੀਂ। ਗੁਰੂ ਸਾਹਿਬ ਕਹਿੰਦਾ ਜਿਹੜੇ ਆਏ ਆ, ਤੇ ਜਿਹੜਾ ਖਜ਼ਾਨਾ ਇੱਥੇ ਮਿਲਣ ਦਿਆ ਅਮੁੱਲ ਲੈ ਜਾਹੇ। ਇਹ ਵੀ ਨਹੀਂ ਕਿਤੇ ਮਿਲਦਾ ਹਰੀ ਸਾਰੀ। ਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਮੁੱਲਾ ਸਮਾਹੇ। ਕਹਿੰਦੇ ਇਹਦੀ ਭਾਅ ਵੀ ਲਾਉਣਾ ਨਾ, ਇਹਦੀ ਭੇਟਾ ਵੀ ਪੁੱਛਣੀ, ਤੇ ਉਹ ਵੀ ਮੁੱਲ ਨਹੀਂ ਹੈਗਾ। ਮਹਾਰਾਜ ਬਹੁਤ ਪਿਆਰ ਕਰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਬਾਜਾਂ ਵਾਲੇ ਜਿਨ੍ਹਾਂ ਨੂੰ ਪਿਆਰ ਆ। ਇੱਕ ਨਾ ਹੋਰ ਚੀਜ਼ ਆ, ਤੁਸੀਂ ਸਾਰੇ ਪ੍ਰੇਮ ਵਾਲੇ ਹੋ ਤੇ ਹਰ ਕਿਸੇ ਨੂੰ ਗੁਰੂ ਸਾਹਿਬ ਪਸੰਦ ਆ। ਮੈਂ ਦਿਲ ਦੀ ਗੱਲ ਦੱਸਦਾ ਨਾ, ਹੈ ਤਾਂ ਜੋਤ ਇੱਕੋ ਹੀ ਹੈ। ਕਿਸੇ ਨੂੰ ਗੁਰੂ ਨਾਨਕ ਸਾਹਿਬ ਜ਼ਿਆਦਾ ਪਿਆਰੇ ਲੱਗਦੇ ਆ, ਕਿਸੇ ਨੂੰ ਗੁਰੂ ਅੰਗਦ ਸਾਹਿਬ ਜ਼ਿਆਦਾ ਪਿਆਰੇ ਲੱਗਦੇ ਆ, ਕਿਸੇ ਨੂੰ ਗੁਰੂ ਅਮਰਦਾਸ ਜੀ ਨਾਲ ਡਾਢਾ ਪਿਆਰ ਹੈ, ਕਿਸੇ ਦੀ ਖਿੱਚ ਜ਼ਿਆਦੀ ਗੁਰੂ ਰਾਮਦਾਸ ਜੀ ਨਾਲ ਹੈ। ਆਪੋ ਆਪਣੀ ਖੇਡ ਹੁੰਦੀ ਹੈ। ਪਰ ਮੈਂ ਆਪਣੀ ਗੱਲ ਕਰਦਾ ਸੰਗਤ ਵਿੱਚ ਵੀ, ਮੇਰੀ ਖਿੱਚ ਜ਼ਿਆਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ। ਮੇਰੇ ਹੁਣ ਜਿਹੜੇ ਸਿੰਘ ਨਿਗਟੀ, ਉਹਨਾਂ ਨੂੰ ਪਤਾ ਮੇਰੇ ਗ੍ਰਹਿ ਵੀ ਤੇ ਕਮਰੇ ਵਿੱਚ ਵੀ ਤੇ ਕੋਲ ਵੀ ਬਾਜਾਂ ਵਾਲੇ ਦੀ ਤਸਵੀਰ ਹੋਊਗੀ। ਇਹ ਖਿੱਚ ਹੁੰਦੀ ਆਪੋ ਆਪਣੀ, ਹੈ ਤਾਂ ਜੋਤ ਉਹਦੀ ਇੱਕ ਹੀ ਹੈ। ਤੇ ਜਿਨ੍ਹਾਂ ਨੇ ਪ੍ਰੀਤਾਂ ਕੀਤੀਆਂ ਉਹ ਸਿੱਖ ਭਾਵਨਾ ਵਾਲੇ ਸੀ। ਤੇ ਉਹ ਕਹਿੰਦੇ ਵੀ ਜੇ ਤੈਨੂੰ ਅਸੀਂ 1000 ਮੋਹਰ ਦੇ ਦਈਏ
ਉਹ ਤੇ ਮੰਜੇ ਤੋਂ 2 ਫੁੱਟ ਬੁੜ ਗਿਆ। ਲਾਲਚੀ ਬੰਦਾ, ਉਹਦਾ ਕੋਈ ਧਰਮ ਥੋੜਾ ਹੁੰਦਾ। ਬਾਣੀ ਕਹਿੰਦੀ ਜਿਹੜਾ ਬੰਦਾ ਲਾਲਚ 'ਚ ਆ ਜਾਂਦਾ ਹਲਕੇ ਕੁੱਤੇ ਵਰਗਾ। ਇਹ ਹਲਕਾ ਕੁੱਤਾ ਆਪਣੇ ਮਾਲਕ ਨੂੰ ਵੀ ਦੰਦੀ ਵੱਢਣ ਤੋਂ ਗੁਰੇਜ਼ ਨਹੀਂ ਕਰਦਾ। ਹਾਂ, ਜਦੋਂ ਬੰਦਾ ਹਲਕ ਜੇ ਤੇ ਆਪਦੇ ਮਾਂ ਪਿਓ ਨੂੰ ਵੀ ਵੇਚ ਜਾਂਦਾ ਜੀ। ਇਹ ਬਾਣੀ ਦਾ ਫੈਸਲਾ ਹੀ ਹਲਕ ਜੇ। ਹਲਕਿਆ ਕੁੱਤਾ ਕਿਸੇ ਦਾ ਮਿੱਤਰ ਨਹੀਂ, ਤੇ ਲਾਲਚ ਜਿਹੜਾ ਹਲਕ ਦੀ ਬਰਾਬਰ ਹੈ। ਤੋ ਇਸ ਕਰਕੇ ਉਹ ਹਲਕ ਗਿਆ। ਜਦੋਂ ਯਾਰ ਮੋਹਰ ਸੁਣੀ ਤੇ ਕਹਿੰਦਾ ਕਿਹੜਾ ਸੌਦਾ ਕਰਨਾ? ਕਹਿੰਦੇ ਬਹਿ ਜਾ ਸੌਦਾ ਕੋਈ ਵੱਡਾ ਨਹੀਂ ਆ। ਤੇ ਹਾਂ, ਜਿਹੜਾ ਗੁਰੂ ਸਾਹਿਬ ਨੇ ਤੈਨੂੰ ਕੜਾ ਪਾਇਆ ਨਾ, ਇੱਕ ਤੇ ਇਹ ਝੋਲੀ 'ਚ ਪਾ ਦੇ, ਤੇ ਇੱਕ ਤੈਨੂੰ ਜਿਹੜਾ ਮਹਾਰਾਜ ਨੇ ਕਿਹਾ ਸੀ ਨਾ, ਜਾਂ ਤੇਰੀ ਸਿੱਖੀ ਸੇਵਕੀ ਸਵਾਸਾਂ ਨਾ, ਇਹ ਬਚਨ ਝੋਲੀ ਪਾ ਦੇ। ਹੁਣ ਉਹਨੂੰ ਕੀ ਪਤਾ ਸੀ? ਮੂਰਖ ਹੈ ਨਾਲ ਨਾ ਲੁੱਝੀਏ, ਪੜ ਅੱਖਰ ਇਹੋ ਬੁੱਝੀਏ। ਮੂਰਖ ਬੰਦੇ ਨੇ ਮੂੰਹ ਅੱਗੇ ਰੱਖਿਆ, ਉਹ ਤਾਂ ਬੜਾ ਖੁਸ਼। ਕਹਿੰਦਾ ਲਾਵਾਂ ਕੜਾ? ਉਹ ਕਹਿੰਦੇ ਰੁਕ ਜਾ, ਜਲ ਪਾਣੀ ਛਕ ਲਾ, ਅੱਜ ਦੀ ਰਾਤ ਕੋਲੇ ਰੱਖ ਲਾ। ਰਾਤ ਪੈਸਿਆਂ ਦਾ ਪ੍ਰਬੰਧ, ਹੁਣ ਕਰੋੜ ਰੁਪਈਆ ਰਾਤ ਨੂੰ ਇਕੱਠਾ ਕਰਨਾ ਸੌਖਾ ਕਿਤੇ ਅੱਜ ਦੀ ਤਰੀਕ 'ਚ। ਵੇਖੋ ਜਿਨ੍ਹਾਂ ਦੀ ਭਾਵਨਾ ਖੱਟੀ ਬਾਜਾਂ ਵਾਲੇ ਦੀ, ਇੱਥੇ ਕੱਖ ਨਹੀਂ ਸਕਤੇ ਮੇਰੀ ਤੇਰੀ, ਜਿਵੇਂ ਕੁਝ ਨਹੀਂ ਖੱਟਣਾ ਇੱਥੇ ਆਪਾਂ। ਬਾਣੀ ਕਹਿੰਦੀ ਕਿਆ ਤੈਂ ਖੱਟਿਆ, ਕਿਆ ਲੈ ਗਿਆ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਕਹਿੰਦੇ ਜਦੋਂ ਤੈਨੂੰ ਸੱਦਾ ਆਇਆ ਤੇ ਤੂੰ ਨਿਕਲ ਜਾਣਾ ਬਹਿ ਬਹਿ, ਮੁੜ ਕੇ ਥੋੜਾ ਵੇਖਣਾ ਵੀ ਮੇਰੀ ਦੱਥੀ ਉੱਥੇ ਤਲਾਈ ਥੱਲੇ ਪਈ ਆ, ਜਾਂ ਗੱਡੀ 'ਚ ਬਟੂਆ ਪਿਆ ਵਾ, ਜਾਂ ਉੱਥੇ। ਉਹ ਉਹਨਾਂ ਟਾਈਮ ਹੀ ਨਹੀਂ ਦੇਣਾ ਇਹਨਾਂ ਦੱਸਣ ਦਾ ਵੀ ਘਰਦਿਆਂ ਨੂੰ, ਕਈ ਵਾਰੀ ਮਾਇਆ ਪਈ ਰਹਿ ਜਾਂਦੀ। ਇਹ ਕਰਕੇ ਆਸੇ ਪਾਸੇ ਰੱਖੀ ਤੇ ਆਪਦੇ ਬੱਚਿਆਂ ਨੂੰ ਦੱਸ ਦਿਓ, ਕੱਢ ਕੇ ਵਰਤ ਲੈਣਗੇ ਨਾ ਬਾਪੂ। ਮੁੜ ਕੇ ਕੀ ਤਾਂ ਉਹੋ ਜਿਹੀ ਥਾਂ ਹੋਈ ਤੇ ਉਤਰੇ ਪਈ ਰਹਿਣੀ ਹੈ ਨਾ। ਹਾਂ, ਮੈਨੂੰ ਦੱਸਦੀ, ਮੈਂ ਆਪੇ ਲੈ ਆਊਂ ਆਪਕੋ ਸਾਥ। ਇਸ ਕਰਕੇ ਉਹਨਾਂ ਨੇ ਕਿਹਾ ਵੀ ਸਵੇਰੇ ਸੌਦਾ ਕਰਾਂਗੇ, ਰਾਤ ਤੂੰ ਆਰਾਮ ਕਰ, ਖੀਰਾਂ ਕੜਾਹ ਪ੍ਰਸ਼ਾਦ ਜਿੰਨਾ ਵੀ ਸਿੱਖਾਂ ਦੇ ਕੋਲ ਭਾਵਨਾ ਬਣਾ ਕੇ ਛਕਾਤਾ। ਬਾਜਾਂ ਵਾਲੇ ਸਤਿਗੁਰੂ ਦੀ ਖੁਸ਼ੀ ਲੁੱਟੀ। ਰਾਤੋਂ ਰਾਤ ਉਹਨਾਂ ਨੇ ਘਰ ਗਹਿਣੇ ਪਾਇਆ, ਸੋਨਾ ਭੈਣ ਨੇ ਆਪਣਾ ਸਾਰਾ ਗਹਿਣੇ ਪਾਤਾ। ਜਾਗੀਆਂ ਹੋਈਆਂ ਰੂਹਾਂ ਮੁੱਲ ਆਵੇ ਮੁੱਲ ਲੈ ਜਾਹੇ। ਸਵੇਰ ਚੜ੍ਹਦੇ ਨੂੰ ਉਹਨੇ ਪ੍ਰਬੰਧ ਕਰ ਲਿਆ 1000 ਮੋਹਰ ਦਾ। ਤੇ ਉਹ ਉੱਠਿਆ ਜਵਾਨ ਲਾਲਚ ਦਾ, ਉਹਨੂੰ ਨੀਂਦ ਨਹੀਂ ਆਈ ਰਾਤ ਨੂੰ। ਉਹ ਇਹੋ ਸੋਚੀ ਗਿਆ ਵੀ ਯਾਰ ਦਾ ਲਿਜਾਣਾ ਕੀ ਕਰੇ ਮੇਰੇ ਵਰਗਾ। ਸਵੇਰੇ ਉਹਨਾਂ ਨੇ ਫਿਰ ਕੜਾ ਸਾਹਿਬ ਲਵਾਇਆ, ਝੋਲੀ 'ਚ ਪਵਾਇਆ, ਤੇ ਉਹਨੇ 3 ਦੀ ਬਜਾਏ 5 ਵਾਰੀ ਕਿਹਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਦਿੱਤਾ ਦਿੱਤਾ ਦਿੱਤਾ। ਸਿੱਖਾਂ ਨੇ ਲੁੱਟ ਲਏ ਬਚਨ। ਉਹ ਜਿਹੜਾ 1 ਕਰੋੜ ਗੁਰੂ ਬਦਲੇ ਦਿੱਤਾ ਸੀ, ਇਤਿਹਾਸ ਕਹਿੰਦਾ ਉਹਨਾਂ ਦੇ ਪਰਿਵਾਰ ਵਿੱਚ ਇਦਾਂ ਦੀ ਬਰਕਤ ਆਈ, ਉਹ 10 ਕਰੋੜ ਬਣ ਗਿਆ। ਸਤਿ ਸ਼੍ਰੀ ਅਕਾਲ। ਉਧਰ ਜਿਹੜਾ ਉਹ ਬੰਦਾ ਸੀ ਜਿਹਨੇ ਗੁਰੂ ਦੀ ਬਖਸ਼ਿਸ਼ ਵੇਚੀ ਸੀ ਨਾ, ਉਹਦਾ ਵੀ ਕਾਰੋਬਾਰ ਚੰਗਾ ਸੀ ਬਾਪੂ ਦਾ। ਉਹ ਕਾਰੋਬਾਰ ਡਿੱਗਣਾ ਸ਼ੁਰੂ ਹੋ ਗਿਆ। ਮੰਨ ਲਓ ਘਰ ਵਿੱਚ ਜਿਹੜੇ 2-4 ਜੀ ਹੁੰਦੇ ਜਿਹੜੇ ਸਿਖਰ ਤੇ ਘਰ ਲਈ ਫਿਰਦੇ ਹਨਾ। ਆਪਣੇ ਘਰਾਂ 'ਚ ਵੀ 1 ਜੀ ਆ ਕਰਨ ਵਾਲਾ, 4 ਮੂੰਹ ਹੱਲੇ ਵੇਂਦੇ। ਰੱਬ ਨਾ ਕਰੇ ਉਹ ਕਰਨ ਵਾਲੇ ਨੂੰ ਕੁਝ ਹੋ ਜੇ ਤੇ ਘਰ ਮੁੱਦਾ। ਦੂਜਿਆਂ ਨੇ ਕੀ ਕਰਨਾ, ਬੀਬੀਆਂ ਬੰਦਿਆਂ ਨੇ। ਇਹ ਬਹੁਤਿਆਂ ਘਰਾਂ ਦੀ ਕੰਡੀਸ਼ਨ ਆ ਵੀ 1 ਜੀ ਦੇ ਮੂੰਹ ਵੱਲ ਵੇਂਦੇ ਸਾਰੇ, ਤੇ ਉਹਦੀਆਂ ਅਰਦਾਸਾਂ ਕਰਾਉਂਦੇ ਆ, ਕਿਉਂਕਿ ਉਹਨੂੰ ਰੱਬ ਨੇ ਇਹੋ ਜਿਹੀ ਸੀਟ ਤੇ ਭਾਇਆ ਸਾਰੇ ਜਾਣੇ ਵੇਖਣ ਦੇ ਉਹਦੇ ਮੂੰਹ ਵੱਲ। ਹੁਣ ਜਦੋਂ ਉਹਨੇ ਗੁਰੂ ਦੀ ਬਖਸ਼ਿਸ਼ ਵੇਚੀ, ਹੁਣ ਚੜਾਉਣ ਵਾਲਾ ਵੀ ਗੁਰੂ ਆ ਤੇ ਸੁੱਟਣ ਵਾਲਾ ਵੀ ਗੁਰੂ। ਗੁਰੂ ਦੀਆਂ ਬਖਸ਼ਿਸ਼ਾਂ ਵੇਚੀਆਂ ਸੀ ਤੇ ਉਹ ਕੰਮ ਫਿਰ ਦਿਨਾਂ 'ਚ ਥੱਲੇ ਨੂੰ ਆਇਆ। ਜਦੋਂ ਡਾਊਨ ਹੋ ਗਿਆ, ਕਾਰੋਬਾਰ ਵਿਕਣਾ ਸ਼ੁਰੂ ਹੋ ਗਿਆ, ਤੇ ਬਾਪੂ ਕਹਿੰਦਾ ਵੀ ਬਾਜਾਂ ਵਾਲਿਆ ਮੈਂ ਕਦੇ ਇਦਾਂ ਤੇ ਕੀਤਾ ਨਹੀਂ, ਇਹ ਕੀ ਬਣਦਾ ਜਾਂਦਾ, ਮੇਰੇ ਵੇਂਦਿਆਂ ਬਰਬਾਦ ਹੋ ਚੱਲਿਆ। ਤੇ ਗੱਲ ਨਿਕਲਦਿਆਂ ਪਤਾ ਲੱਗੀ ਉਹ ਕਪੁੱਤਰ ਤੋਂ। ਕਹਿੰਦੇ ਪੁੱਤ ਜਿਹੜਾ ਦਸਵੰਧ ਮੈਂ ਭੇਜਿਆ ਵੀ ਗੁਰੂ ਸਾਹਿਬ ਤੱਕ ਪਹੁੰਚਾ ਵੀ ਆ ਕਿ ਨਹੀਂ? ਮੈਂ ਤਾਂ ਜਦੋਂ ਦਸਵੰਧ ਭੇਜਦਾ ਤੇ ਕਾਰੋਬਾਰ ਹੋਰ ਮਹਾਰਾਜ ਵੱਡਾ ਕਰ ਦਿੰਦੇ। ਐਤਕੀ ਕਾਰੋਬਾਰ ਮੈਨੂੰ ਲੱਗਦਾ ਛੋਟਾ ਤੇ ਕੀ ਖਤਮ ਹੀ ਹੋ ਚੱਲਿਆ। ਜਿਹੜੇ ਕੰਮ ਨੂੰ ਹੱਥ ਪਾਉਣੇ, ਜੇ ਮੱਝਾਂ ਗਾਵਾਂ ਲਿਆਉਣੇ ਤੇ ਉਹ ਮਰ ਜਾਂਦੀਆਂ, ਜੇ ਕਾਰੋਬਾਰ ਦਾ ਸੌਦਾ ਤੇ ਉਹ ਘਾਟੇ ਪੈਂਦੇ। ਕੋਈ ਚੱਕਰ ਪੈ ਗਿਆ ਪੁੱਤ ਬੇਮੁਖ। ਕਹਿੰਦਾ ਬਾਪੂ ਮਾਰੇਗਾ ਤਾਂ ਨਾ? ਕਹਿੰਦਾ ਪੁੱਤ ਸੱਚ ਦੱਸੀ। ਕਹਿੰਦੇ ਬਾਪੂ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋਈ। ਜਿਹੜੀ ਤੂੰ ਮੈਨੂੰ ਗੁਰੂ ਦਾ ਦਸਵੰਧ ਦਿੱਤਾ ਸੀ ਨਾ,
ਤੇ ਮੈਂ ਲਾਲਚ ਚ ਆ ਕੇ ਤੇ ਦੁੱਗਣਾ ਕਮਾਇਆ। ਇਦਾਂ ਸਿੱਖ ਮਿਲੇ, ਉਹਨਾਂ ਨੇ ਕੜਾ ਸਾਹਿਬ ਵੀ ਲੈ ਲਿਆ ਤੇ ਬਚਨ ਵੀ, ਤੇ ਮੈਂ ਆਖਿਆ ਵੀ 1000 ਮੋਹਰ ਤੇ ਮੇਰੀਆਂ ਘੋੜੀਆਂ ਆ ਜਾਣੀਆਂ, ਮੱਝਾਂ ਗਾਵਾਂ। ਪਰ ਬਾਪੂ ਮੈਂ ਇਹ ਭੁੱਲ ਗਿਆ ਵੀ ਜਿਹਦੇ ਅੱਗੋਂ ਮੈਂ ਬਖਸ਼ਿਸ਼ ਲੈ ਕੇ ਵੇਚੀ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜੇ ਰੱਬ ਦੇ ਘਰ ਇੰਨੀ ਬਖਸ਼ਣਾ ਹੋਣ ਤੇ ਰੱਬ ਨੂੰ ਕੌਣ ਮੰਨੇ। ਫਿਰ ਉਹ ਬਾਪੂ ਆਪ ਗਿਆ, ਸਤਿਗੁਰੂ ਤੋਂ ਮਾਫੀ ਮੰਗੀ। ਮਾਰੇ ਕਹਿੰਦੇ ਲੰਗਰ 'ਚ ਸੇਵਾ ਕਰੇ, ਫੇਰ ਕਿਤੇ ਸਮਾਂ ਆਊਗਾ ਤੇ ਮਿਹਰ ਵਰਤਾ ਦਿਆਂਗੇ। ਸੋ ਇਹ ਬਖਸ਼ਿਸ਼ਾਂ ਨੇ, ਕਥਾ ਬਹੁਤ ਨੇ। ਤੋ ਇਸ ਤਰ੍ਹਾਂ ਕਰਕੇ ਕਹਿੰਦੇ ਹਨ ਭਾਈ ਮਰਦਾਨੇ ਨੂੰ ਮਾਰੇ ਕਹਿੰਦੇ ਤੇਰਾ ਵਾਲ ਨਹੀਂ ਸੀ ਵਿੰਗਾ ਹੋਣਾ, ਪਰ ਤੂੰ ਗੁਰੂ ਦੇ ਬਚਨ ਭੁੱਲ ਗਿਆ। ਗੁਰੂ ਦੇ ਬਚਨ ਬੜੇ ਮਹਿੰਗੇ ਹਨ। ਤਾਮਨ ਹੈ ਕੀਨੋ ਇਨ ਭਇਓ ਵਿਪਰੀਤ ਸੋ, ਕੋਕਰੀਓ ਮੀਡੀ ਬਨ ਮਨ ਦੁਖ ਪਾਈਆ। ਕਹਿੰਦੇ ਉਹ ਜਿਹੜੀਆਂ ਬੀਬੀਆਂ ਭੇਡ ਬਣੀ ਸੀ ਤੇ ਇੱਕ ਕੁੱਤੀ, ਉਹਨਾਂ ਦੇ ਪਤੀ ਜਿਹੜੇ ਸਨ ਉਹਨਾਂ ਕੋਲ ਜਾ ਜਾ ਕੇ ਇਸ਼ਾਰੇ ਕਰਦੀਆਂ, ਕੀ ਕਹਿੰਦੀਆਂ ਵਾ ਉਹਨਾਂ ਨੂੰ ਹੁਣ ਪਤਾ ਨਹੀਂ ਲੱਗਣ ਦਿਆ, ਕਿਉਂਕਿ ਇਨਸਾਨ ਨੂੰ ਥੋੜਾ ਪਤਾ ਲੱਗਦਾ ਵੀ ਇੱਥੇ ਕੋਈ ਜਾਨਵਰ ਆ ਜੇ ਵੀ ਇਹ ਕੌਣ ਆਖੋ ਸਤਿਨਾਮ ਵਾਹਿਗੁਰੂ। ਉਹ ਭਜਾਉਂਦੇ ਆ, ਡੰਡੇ ਮਾਰਦੇ ਆ, ਉਹ ਫੇਰ ਇਸ਼ਾਰਾ ਫੁਰ ਕਰਕੇ ਕਰਦੀਆਂ ਤੇ ਕਹਿੰਦੀਆਂ ਕੀ ਆ, ਕਹਿੰਦੀਆਂ ਏ ਭਏ ਜਾਣੇ ਕਲਾਵਾਨ ਇਹ ਸੰਤ ਕੋ ਆਈਆ। ਉਹ ਇਸ਼ਾਰਾ ਕਰਕੇ ਕਹਿੰਦੀਆਂ ਵੀ ਆ ਜਿਹੜਾ ਚੋਲੇ ਵਾਲਾ ਬਾਬਾ ਹੈ ਨਾ, ਇਹ ਆ ਕਿਹਦਾ ਰਬਾਬੀ ਇਕਬਾਲਾ ਏ, ਇਹ ਕੋਈ ਅਵਤਾਰੀ ਪੁਰਖ ਆਇਆ ਹੈ, ਇਹਨਾਂ ਨੂੰ ਰੋਕੋ। ਤਾਮਨ ਹੈ ਕੀਨੋ ਇਹੋ ਭਇਓ ਵਿਪਰੀਤ ਸੋ, ਕੂਕਰੀਓ ਮੀਢੀ ਬਣ ਸਭ ਦੁੱਖ ਪਾਈਆ। ਕਹਿੰਦੇ ਅਸੀਂ ਇਹਨਾਂ ਦਾ ਪ੍ਰਤਾਪ ਨਹੀਂ ਸਮਝਿਆ, ਇਹਨਾਂ ਮਹਾਂਪੁਰਖਾਂ ਨਾਲ ਟੀਚਰ ਕੀਤੀ, ਉਹਦਾ ਨਤੀਜਾ ਸਾਡਾ ਸਰੀਰ ਜਿਹੜਾ ਉਹ ਪਸ਼ੂ ਦਾ ਹੋ ਗਿਆ ਤੇ ਇਹਨਾਂ ਦਾ ਕੋਈ ਤਰਲਾ ਲਓ। ਹੁਣ ਉਹ ਆਪਣੇ ਇਸ਼ਾਰੇ ਨਾਲ ਕਵੀ ਜੀ ਕਹਿੰਦੇ ਦੱਸਣਾ ਕਰਦੀਆਂ ਹਨ। ਚਲੇ ਨਹਿ ਜਾਏ ਇਸ ਬੇਦ ਕੀ ਬਣਾਏ, ਅਬ ਕਿਨੀ ਖਤਾ ਜੋ ਲੈ ਜਾਂਤੇ ਬਖਸ਼ਾਈਆ। ਉਹ ਕਹਿੰਦੀਆਂ ਇਸ਼ਾਰਾ ਕਰਕੇ ਪਤੀ ਦੇਵ ਜੀ ਜਾਓ ਇਹਨਾਂ ਨੂੰ ਰੋਕੋ, ਇਹ ਕਿਤੇ ਵਾਪਸੀ ਨਾ ਕਰ ਦੇਣ। ਜੇ ਇਹ ਬਾਬਾ ਇੱਥੋਂ ਚਲੇ ਗਿਆ ਤੇ ਸਾਡਾ ਉਧਾਰ ਕਿਸੇ ਤੋਂ ਨਹੀਂ ਹੋਣਾ। ਇਸ਼ਾਰਾ ਕਰ ਕਰਕੇ ਬੇਨਤੀ ਕਰਦੇ ਕਿ ਮੇਰੇ ਨਾਨਕ ਜੀ ਇੱਕ ਵਾਰੀ ਚਲੇ ਗਏ, ਦੁਬਾਰਾ ਨਹੀਂ ਮਿਲਨੇ। ਇਸ ਕਰਕੇ ਸਾਧ ਸੰਗਤ ਪਾਰਸ ਪੁੱਤਰ ਤੇ ਪਿਆਰ ਦੁਕਾਨਾਂ ਤੋਂ ਨਹੀਂ ਮਿਲਦਾ। ਔਰ ਦੋਨੋਂ ਮਰੇ ਚਰਨ ਗਏ ਆਨ ਕਰ, ਭਏ ਮਨ ਦੀਨ ਕੀਨੀ ਬੇਨਤੀ ਵਡਾਈਆ। ਔਰ ਕਹਿੰਦੇ ਸਾਰੇ ਬਚਨ ਜਿਹੜੇ ਹਨ ਉਹ ਸਮਝਾਉਣਾ ਕੀਤੇ, ਪਰ ਉਹਨਾਂ ਨੂੰ ਸਮਝ ਨਹੀਂ ਆ ਰਹੇ ਹਨ। ਇਸ ਕਰਕੇ ਫਿਰ ਕਹਿੰਦੇ ਦੋਵੇਂ ਜਣੀਆਂ ਭੱਜ ਕੇ ਨਾ ਤੇ ਭਾਈ ਮਰਦਾਨੇ ਜੀ ਦੇ ਚਰਨਾਂ ਤੇ ਆਣ ਡਿੱਗੀਆਂ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਦਾ ਕਰਕੇ ਮਹਾਰਾਜ ਸਾਹਿਬ ਜੀ ਵੀਰ ਰਸ ਵਿੱਚ ਆਏ ਆ। ਇਹ ਰਬਾਬੀ ਆ ਮਹਾਰਾਜ ਦਾ, ਜਿਹਦਾ ਤੁਸੀਂ ਸਾਨੂੰ ਸਤਿਕਾਰ ਦੇ ਦਿੰਦੇ ਵੀ ਗੁਰੂ ਘਰ ਦੇ ਵਜ਼ੀਰ ਆ। ਤੇ ਇਸ ਕਰਕੇ ਜਿਨ੍ਹਾਂ ਨੂੰ ਪਤਾ ਹੁੰਦਾ ਨਾ ਕਿਸੇ ਗੋਝ ਦਾ, ਸੰਗਤਾਂ ਨੂੰ ਉਹੀ ਮਾਣ ਕਰਦੀਆਂ, ਕਿਉਂਕਿ ਗੁਰੂ ਅਰਜਨ ਸਾਹਿਬ ਦੇ ਘਰ ਕਿਹੜਾ ਪੁੱਤ ਨਹੀਂ ਸੀ ਹੈਗਾ। ਇਤਿਹਾਸ ਹੈ ਨਾ, ਮਹਾਰਾਜ ਸਾਹਿਬ ਨੇ ਬਾਬੇ ਬੁੱਢੇ ਵੱਲ ਕਿਉਂ ਭੇਜਿਆ ਸੀ ਆਪਣੀ ਧਰਮ ਸਪਤਨੀ ਨੂੰ, ਸਤਿਕਾਰਯੋਗ ਪੂਜਨੀਕ ਮਾਤਾ ਗੰਗਾ ਜੀ ਨੂੰ ਕਿਉਂ ਭੇਜਿਆ ਸੀ ਬੀੜ ਵੇਖਿਆ, ਕਿਉਂਕਿ ਮਹਾਰਾਜ ਕਹਿੰਦੇ ਜਿਹੜਾ ਪੰਥ ਤੇ ਗ੍ਰੰਥ ਦੀ ਸੇਵਾ ਕਰਦਾ ਜੇ ਸੱਚੇ ਦਿਲੋਂ ਕਰੇ ਤੇ ਰੱਬ ਉਹਦੇ ਆਖੇ ਵੀ ਜ਼ਰੂਰ ਲੱਗਦਾ। ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਵੀ ਇਹੋ ਆਇਆ। ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਭਾਵਨਾ ਨਾਲ ਸਤਿਗੁਰੂ ਦੀ ਸੇਵਾ ਕਰਦਾ ਉਹਦੀ ਫਿਰ ਦੁਨੀਆ ਪੂਜਾ ਕਰਦੀ ਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਜਿੰਨੇ ਵੀ ਭਾਵਨਾ ਵਾਲੇ ਰਾਗੀ ਸਿੰਘ, ਢਾਡੀ ਸਿੰਘ, ਕਥਾਵਾਚਕ, ਜਿਨ੍ਹਾਂ ਨੇ ਸੱਚੀ ਭਾਵਨਾ ਨਾਲ ਜਸ ਗਾਇਆ, ਦੁਨੀਆ ਤਰਸਦੀ ਹੈ ਕਿਤੇ ਘਰ 'ਚ ਚਰਨ ਪਾ ਲੈ। ਮਹਾਰਾਜ ਕਹਿੰਦੇ ਜੇ ਤੂੰ ਮੇਰਾ ਹੋਏ ਰਹੇ, ਉਹਦੇ ਹੋਇਆ ਨਹੀਂ ਨਾ ਜਾਂਦਾ, ਚੱਕਰ ਤੇ ਆ, ਪਰ ਜਿਹੜਾ ਹੋ ਜਾਂਦਾ ਫਿਰ ਦੁਨੀਆ ਉਹਦੀ ਹੋ ਜਾਂਦੀ ਹੈ। ਤੋ ਇਸ ਕਰਕੇ ਭਾਈ ਮਰਦਾਨੇ ਦਾ ਆਸਰਾ ਲੈ ਰਹੀਆਂ ਇਹ ਦੋਵੇਂ ਜੀਵ ਇਸਤਰੀਆਂ। ਇਹਨਾਂ ਨੇ ਮਹਾਰਾਜ ਜੀ ਦੇ ਰਬਾਬੀ ਦੇ ਚਰਨਾਂ ਤੇ ਸਿਰ ਰੱਖਿਆ ਹੈ, ਬੇਨਤੀ ਕਰਦੀਆਂ ਹਨ। ਬਾਨੀ ਮੈਂ ਬਖਾਨੀ ਜਾਹੋ ਤਾਹੇ ਪਾਸ ਬੰਦ ਪਾਨੀ, ਬਖਸ਼ਨ ਹਰ ਸੁਖ ਤਾ ਕੀਨੀ ਜਾਹੇ ਕੀ। ਭਾਵਨਾ ਦੇ ਨਾਲ ਕਹਿੰਦੀਆਂ ਹੇ ਰਬਾਬੀ ਤੇਰਾ ਬਾਬਾ ਭਾਰਾ ਵੀਰ ਹੈ,
ਇਹਦੇ ਕੋ ਭਾਰੀਆਂ ਕਲਾ ਹਨ, ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਸਾਨੂੰ ਬਖਸ਼ਾਉਣਾ ਕਰੋ ਜੀ। ਤਾਏ ਕਰ ਪਾਏ ਗਏ ਜਾਏ ਗੁਰੂ ਨਾਨਕ ਕੇ ਦੂਰ, ਅਬ ਕੀਜੇ ਰਿਸ ਕੀਨੀ ਜੋਗ ਨਾਹੀ ਕੀ। ਔਰ ਕਹਿੰਦੇ ਹਨ, ਭਾਈ ਮਰਦਾਨਾ ਜੀ ਨੇ ਇਸ਼ਾਰਾ ਕੀਤਾ, ਕਹਿੰਦੇ ਮੇਰਾ ਪੀਰ ਭਾਰਾ ਵੀ ਆ ਪਰ ਦਿਆਲੂ ਵੀ ਆ। ਖੁਸ਼ ਵਾਹਿਗੁਰੂ ਮੇਰੇ ਚਰਨਾਂ 'ਚ ਕੁਛ ਨਹੀਂ ਰੱਖਿਆ, ਜਾਓ ਬਾਬੇ ਦੇ ਚਰਨ ਫੜੋ, ਬਾਬੇ ਵੱਲ ਹੋ ਜਾਓ। ਜਿੱਦਾਂ ਮਹਾਂਪੁਰਖ ਬਾਬਾ ਜੱਗਾ ਸਿੰਘ ਕਿਤੇ ਵੀ ਜਾਣ ਨਾ, ਕਿਉਂਕਿ ਮੈਂ ਅਕਸਰ ਹੀ ਕਥਾ ਵਾਸਤੇ ਬਾਹਰ ਜਾਈਦਾ, ਜੋ ਕਥਾ ਕਰਨ ਤੇ ਸੰਗਤ ਦੱਸ ਦਿੰਦੀ ਹੈ ਕਿ ਮਹਾਂਪੁਰਖਾਂ ਨੇ ਸੇਵਾ ਲਾਈ ਸੀ ਵੀ ਭਾਈ ਸਾਹਿਬ ਨੂੰ ਯਾਦ ਕਰੇ। ਇਹ ਬਾਬਾ ਜੀ ਦਾ ਇਹ ਅੰਦਰ ਭਾਵਨਾ ਹੀ ਹੈ, ਪਤਾ ਨਹੀਂ ਇਸ ਧਰਤੀ ਨਾਲ ਮਹਾਂਪੁਰਖ ਕਿਤੇ ਵੀ ਜਾਣ ਤੇ ਉਹਨੇ ਇਹੋ ਕਹਿਣਾ, ਬੌਲੀ ਸਾਹਿਬ ਚੱਲ ਜਿਆ ਕਰੋ। ਕਿਉਂਕਿ ਉਹਨਾਂ ਨੇ ਇਹ ਵੀ ਕਹਿ ਦੇਣਾ, ਕਹਿੰਦੇ ਜੇ ਬੌਲੀ ਸਾਹਿਬ ਉਹਨਾਂ ਕਿਸੇ ਦੀ ਝੋਲੀ ਭਰੀ ਤੇ ਕਿਤੇੋਂ ਨਹੀਂ ਭਰਨੀ। ਇਹ ਸੱਚ ਆ। ਜਿਹੜਾ ਇੱਥੋਂ ਮੁੜ ਗਿਆ ਨਾ, ਜਾਓ ਇੱਕ ਵੀ ਉੱਠ ਕੇ ਕਹਿ ਦਿਓ, ਬਾਬਾ ਜੀ ਮੈਂ ਬੌਲੀ ਸਾਹਿਬੋਂ ਮੈਨੂੰ ਕੁਝ ਨਹੀਂ ਮਿਲਿਆ ਤੇ ਫਲਾਣੇ ਥਾਂ ਮਿਲਿਆ। ਇਹ ਸਾਧੂਆਂ ਦੇ ਬੋਲ ਹੈ, ਕਿਉਂਕਿ ਪੂਰੇ ਵਰਲਡ 'ਚ ਇਹੋ ਜਿਹਾ ਸਥਾਨ ਨਹੀਂ ਹੈਗਾ ਜਿੱਥੇ 72 ਬ੍ਰਹਮ ਗਿਆਨੀ, 8 ਪਾਤਸ਼ਾਹੀਆਂ, 4 ਮੰਜੀਆਂ। ਤੇ ਮੇਰੀ ਵੇਂਦਿਆਂ ਮੈਂ ਜਿੱਦਣ ਡਿਊਟੀ ਆਇਆ ਸੀ, ਮੇਰੇ ਦਾੜਾ ਨਹੀਂ ਸੀ ਉਤਰਿਆ। ਤੇ ਅੱਜ ਇੰਨੇ ਸਮੇਂ 'ਚ ਮੈਂ ਤਾਂ ਵੇਖਿਆ ਨਹੀਂ ਕੋਈ ਉਦਾਸ ਗਿਆ ਹੋਵੇ। ਕਰਮਾਂ ਕਰਕੇ ਥੋੜ੍ਹਾ ਜਿਹਾ ਦੇਰ ਸਵੇਰ ਹੋ ਜੇ ਤੇ ਵੱਖਰੀ ਗੱਲ ਹੈ, ਉਹ ਸਾਡੀ ਨੀਤ 'ਚ ਫਰਕ ਹੋਵੇ। ਹੁਣ ਨੀਤ ਮੇਰੀ ਮਾੜੀ ਤੇ ਮਹਾਰਾਜ ਕੀ ਕਰ। ਜਿੰਨਾ ਚਿਰ ਮਹਾਰਾਜ ਕਹਿੰਦੇ ਐ ਅੰਦਰ ਨਹੀਂ ਸੁੱਧ ਹੁੰਦਾ, ਜਾ ਭੱਜ ਲੈ ਜਿੱਥੇ ਮਰਜੀ ਲਾਲਾ ਜੋ। ਜਿੱਦਣ ਤੇਰੀ ਨੀਤ ਸਾਫ਼ ਹੋ ਗਈ, ਤੈਨੂੰ ਕਹਿਣ ਦੀ ਲੋੜ ਨਹੀਂ ਪੈਣੀ, ਮੈਂ ਆਪ ਹੀ ਦੇ ਦੇਣਾ। ਸਤਨਾਮ ਸ੍ਰੀ ਵਾਹਿਗੁਰੂ। ਤੇ ਇਹ ਪ੍ਰਤੱਖ ਵੇਖਿਆ ਇੱਥੇ ਜਿੰਨੀਆਂ ਵੀ ਸੰਗਤਾਂ ਸੇਵਾ ਕਰਦੀਆਂ, ਜਿਨ੍ਹਾਂ ਨੇ ਤੇ ਕੀਤੀ ਸੱਚੇ ਦਿਲੋਂ, ਉਹਨਾਂ ਦੇ ਤੇ ਬਹਿ ਜਾ ਹੋ ਗਈ, ਤੇ ਜਿਨ੍ਹਾਂ ਦੇ ਅੰਦਰ ਕਪਟ ਵਿਕਾਰ ਸੀ ਰਹਿ ਜਾ ਹੋ ਗਈ। ਇਹ ਸੱਚ ਹੈ, ਕਿਉਂਕਿ ਆਪਣਾ ਥੋੜਾ ਕੁਝ ਇੱਥੇ, ਇਹ ਤੇ ਸ਼ੀਸ਼ਾ ਵਾ, ਜਿੱਦਾਂ ਦੀ ਸ਼ਕਲ ਉਦਾਂ ਦੀ ਮਹਾਰਾਜ ਆਪਾਂ ਨੂੰ ਵਿਖਾ ਦਿੰਦੇ ਹਨ। ਭਾਈ ਮਰਦਾਨਾ ਕਹਿੰਦੇ, ਮੇਰੀਓ ਭੈਣੋ, ਮੇਰੇ ਚਰਨਾਂ 'ਚ ਕੁਝ ਨਹੀਂ ਆ, ਮੈਂ ਤੇ ਆਪ ਰਬਾਬੀ ਇਹਦੇ ਘਰ ਦਾ। ਜਾਓ, ਬਾਬਾ ਦਿਆਲੂ ਵੀ ਜੇ ਗੁੱਸੇ 'ਚ ਆ ਕੇ ਤੁਹਾਨੂੰ ਭੇਡਾਂ ਬਣਾਦਾ ਨੇ, ਇਹਦੇ ਬਿਨਾਂ ਤੁਹਾਡਾ ਇਲਾਜ ਨਹੀਂ ਹੋਣਾ। ਚਰਨ ਫੜੋ, ਚਰਨ। ਗਲਤੀ ਸਭ ਤੋਂ ਹੋ ਜਾਂਦੀ ਹੈ। ਪਾਤਸ਼ਾਹ ਜੋ ਬੀਤੀ ਉਹਨੂੰ ਛੱਡੋ। ਤੁਸੀਂ ਹੁਣ ਉਹਨਾਂ ਨੂੰ ਗੁੱਸਾ ਆ ਗਿਆ, ਕਿਉਂਕਿ ਤੁਸੀਂ ਤੇ ਉਹਦੇ ਗਲ 'ਚ ਧਾਗਾ ਪਾ ਦੇਣ ਲੱਗੀਆਂ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ। ਤੇ ਫਿਰ ਕਹਿੰਦੇ ਨਾ ਵੀ ਤੱਤੇ ਪਾਣੀ 'ਚ ਹੱਥ ਪਾਵਾਂਗੇ ਤੇ ਸੜੂਗਾ ਤੇ ਜ਼ਰੂਰ ਨਾ। ਤੋ ਇਸ ਕਰਕੇ ਤੁਸੀਂ ਫੱਕਰ ਛੇੜਿਆ, ਤੇ ਖੱਖਰ ਤੇ ਫੱਕਰ ਇੱਕੋ ਜਿਹੇ ਹੁੰਦੇ ਆ। ਜਿਹੜਾ ਹੱਥ ਲਾਊ ਸੋਚ ਤੇ ਫਿਰ ਥੋੜੀ ਜਿਹੀ ਪੈਣੀ ਹੈ। ਤੋ ਇਸ ਕਰਕੇ ਹੁਣ ਇਸ ਸੋਚ ਦਾ ਇਲਾਜ ਮਹਾਰਾਜ ਕਰਦੇ ਹਨ। ਜੋਖ ਤਕ ਚੀਲ ਨਹਿ ਜਾਣਤ ਹੈ ਸੰਤਸ਼ੀਲ, ਭੂਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ। ਫਿਰ ਉਹਨਾਂ ਨੇ ਆਖਿਆ, ਕਹਿੰਦੇ ਰਬਾਬੀ ਜੀ ਚੱਲ ਅਸੀਂ ਪੈ ਜਾਂਦੀਆਂ ਚਰਨੀ, ਪਰ ਸਿਫਾਰਿਸ਼ ਕਰੋ। ਆਖੋ ਸਤਿਨਾਮ ਵਾਹਿਗੁਰੂ। ਸਿਫਾਰਿਸ਼ ਕਰੋ। ਭਾਈ ਮਰਦਾਨਾ ਜੀ ਨੂੰ ਕਹਿੰਦੀਆਂ ਵੀ ਤੁਸੀਂ ਇਹਦੇ ਰਬਾਬੀ ਆ, ਇਹਦੇ ਨਾਲ ਬਹਿ ਕੇ ਇਹਦੀ ਸੇਵਾ ਕਰਦੇ ਆ, ਤੇ ਸਾਡਾ ਥੋੜਾ ਜਿਹਾ ਨਾਲ ਇਸ਼ਾਰਾ ਕਰ ਦਿਓ। ਜਿੱਦਾਂ ਬਾਬਾ ਬੁੱਢਾ ਜੀ ਨੂੰ ਮਾਤਾ ਗੰਗਾ ਜੀ ਕਹਿੰਦੀ, ਬਾਬਾ ਬੁੱਢਾ ਕਹਿੰਦੇ ਅਸੀਂ ਕੌਣ, ਕਰਨ ਵਾਲਾ ਤੇ ਆਪ ਆ। ਤੇ ਵਾਪਸ ਚਲੇ ਗਏ। ਕਈ ਕਹਿੰਦੇ ਸ਼ਰਾਬ ਦੇ, ਤਾਂ ਸ਼ਰਾਬ ਨਹੀਂ ਮਹਾਂਪੁਰਖ ਦਿੰਦੇ। ਵਜਨ ਸੀ ਉਹਨਾਂ ਦਾ, ਨਹੀਂ ਸੀ ਉਦੋਂ ਸੇਵਾ ਪ੍ਰਵਾਨ। ਤੁਸੀਂ ਇਹ ਵੇਖੋ ਵੀ ਆਪਾਂ ਕੀ ਚੀਜ਼। ਮਾਤਾ ਗੰਗਾ ਖੁਦ ਮਾਲਕ ਦੀ ਧਰਮ ਸਪਤਨੀ ਸੀ, ਉਹ ਤੋਂ ਵੀ ਗਲਤੀ ਹੋ ਗਈ, ਕਿਉਂਕਿ ਉਹ ਥੋੜੀ ਜਿਹੀ ਚੜ੍ਹਾਈ ਕਰਕੇ ਗਈ। ਇਹ ਘਰ ਚੜ੍ਹਾਈ ਵਾਲੇ ਦਾ ਨਹੀਂ। ਇਹ ਮੈਂ ਮੂੰਹ ਤੇ ਕਹਿ ਦੇਣਾ, ਤੁਹਾਡੇ ਚੋਂ ਜਿੰਨੇ ਇਹ ਘਰ ਉਹਨੂੰ ਮਿਲਦਾ ਟੁੱਟ ਕੇ ਜਿਹਦੇ ਪੈਰਾਂ 'ਚ ਚੱਪਲਾਂ ਨਾ ਹੋਣ, ਹੱਥ 'ਚ ਝਾੜੂ ਫੜਿਆ ਹੋਵੇ ਤੇ ਅੰਦਰ ਹੋਵੇ ਨਿਮਰਤਾ, ਆਕੜ ਨਾ ਹੋਵੇ। ਫੂਫਾਂ ਵਾਲੇ ਨੂੰ ਨਹੀਂ ਇਹਨੇ ਦੇਣਾ ਕੁਝ। ਜੇ ਮੈਂ ਆਕੜ 'ਚ ਰਵਾਂ ਇੱਥੇ ਤੇ ਆ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕਸ਼ਮਰਤਬਾ ਚਾਹੇ। ਇੱਥੇ ਸੇਵਾਦਾਰ ਬਣ ਜਾ ਤੇ ਮਹਾਰਾਜ ਬੜੀ ਦੂਰ ਲੈ ਜਾਊ। ਇੱਥੇ ਹਉਮੈ ਕਰੇਗਾ ਤੇ ਥੱਲੇ ਨੂੰ ਤੁਰਿਆ ਜਾਵੇਗਾ, ਦਿਨੋਂ ਦਿਨ ਬਹਿ ਜਾਏਗਾ ਰੋਟੀ ਤੋਂ। ਸਚਾਈ ਜੀ। ਮਾਤਾ ਗੰਗਾ ਜੀ ਰੱਬ ਦੇ ਧਰਮ ਸਪਤਨੀ ਨੇ, ਗੁਰੂ ਅਰਜਨ ਸਾਹਿਬ ਰੱਬ ਨੇ। ਤੇ ਉਹ ਰੱਥਾਂ ਤੇ ਚੜ੍ਹ ਕੇ ਗਏ, ਫੁੱਲ ਲੈ ਕੇ, ਗੁਲਦਸਤੇ, ਆਪਣੇ ਆਪ 'ਚ ਇਹ ਚੀਜ਼ ਲੈ ਕੇ ਗਏ ਵੀ ਮੈਂ ਗੁਰੂ ਦਾ ਮਹਿਲ ਹਾਂ। ਬਾਬੇ ਬੁੱਢੇ ਨੇ ਇਸ਼ਾਰਾ ਹੀ ਕੀਤਾ, ਕਹਿੰਦੇ ਮਾਂ ਸਾਡੇ ਕੋ ਕੀ ਆ, ਅਸੀਂ ਤੇ ਕੋੜੀ ਮਾਰੇ ਦੇ ਕੂਕਰਾਂ, ਜਾ ਕੇ ਉਹਦੇ ਕੋਲ ਹੈ ਸਭ ਕੁਝ ਉਹਦੇ ਕੋਲ। ਫੇਰ ਬਚਨ ਕਹਿੰਦੇ ਗੁਰੂ ਅਰਜਨ ਸਾਹਿਬ ਨੇ ਕੀਤਾ, ਕਹਿੰਦੇ ਮਾਤਾ ਗੰਗਾ ਆ ਗਏ ਹੋ। ਤੇ ਮਾਤਾ ਜੀ ਰੋ ਪਏ, ਕਹਿੰਦੇ ਉਹਨਾਂ
ਮੋੜਤਾ? ਕਹਿੰਦੇ ਉਹਨਾਂ ਨਹੀਂ ਮੋੜਿਆ, ਤੁਹਾਡਾ ਜਾਣ 'ਚ ਕੋਈ ਕਸੂਰ ਹੋਇਆ, ਕੋਈ ਤੁਹਾਡੇ ਤੋਂ ਖਤਾ ਹੋ ਗਈ ਆ। ਕਹਿਣ ਲੱਗੇ ਕੀ ਹੋਇਆ ਜੀ? ਕਹਿੰਦੇ ਕੀ ਬਚਨ ਹੋਇਆ? ਕਹਿੰਦੇ ਇੱਦਾਂ ਹੀ ਰੱਥਾਂ 'ਤੇ ਗਏ, ਨਾਲ ਸੰਗਤਾਂ ਸੀ ਮੇਰੀਆਂ ਸਹੇਲੀਆਂ ਮਾਤਾ ਗੰਗਾ ਦੀਆਂ, ਤੇ ਅਸੀਂ ਜਾ ਕੇ ਬੇਨਤੀ ਕੀਤੀ ਜੀ ਪੁੱਤ ਚਾਹੀਦਾ। ਗੁਰੂ ਅਰਜਨ ਸਾਹਿਬ ਹੱਸ ਕੇ ਕਹਿੰਦੇ ਅੱਛਾ ਪਹਿਲਾਂ ਹੀ ਭਰੇ ਗਏ ਆ ਤੇ ਦੇਣਾ ਤੁਹਾਨੂੰ ਕੀ ਸੀ ਉਹਨਾਂ? ਇਤਿਹਾਸ ਹੈ, ਜਾ ਕੇ ਵੇਖ ਲਿਓ। ਕਹਿੰਦੇ ਕੀ ਕਰੀਏ? ਕਹਿੰਦੇ ਜਦੋਂ ਲੈਣਾ ਹੋਵੇ ਉਦੋਂ ਨੀਵੇਂ ਹੋਈਦਾ। ਜਿਹੜਾ ਭਾਂਡਾ ਨੀਵਾਂ ਹੋਊ ਤੇ ਕੋਈ ਚੀਜ਼ ਪਾਊਗਾ, ਤੇ ਪਹਿਲਾਂ ਇੱਥੇ ਫੜੀ ਫਿਰਦੇ ਤੇ ਕਿਤੋਂ ਪਵਾ ਦੋਗੇ। ਹੁਣ ਇਹ ਵੀ ਗੱਲ ਹੈ, ਚੀਜ਼ ਮੈਨੂੰ ਚਾਹੀਦੀ ਹੈ ਤੇ ਸੇਵਾ ਮੇਰੀ ਇਹ ਕਰਨ ਦਿਆ, ਇੱਦਾਂ ਵੀ ਨਹੀਂ ਜੀ ਗੱਲ ਬਣਨੀ ਵੀ ਆਪਾਂ ਟੌਰ ਨਾ ਲਾ ਕੇ ਮੇਕਅਪ ਕਰਕੇ ਤੇ ਹੱਥ ਨਾ ਲਾਈਏ ਭਾਂਡੇ ਨੂੰ, ਤੇ ਇਹ ਵਿਚਾਰਾ ਦਿਨੇ ਰਾਤ ਕਵੇ ਵੀ ਮੈਂ ਭਾਈ ਸਾਹਿਬ ਵਾਸਤੇ ਭਾਂਡੇ ਮਾਂਜਾਂ, ਝਾੜੂ ਫਿਰਨਾ ਮਾਰੇ। ਕਹਿੰਦੇ ਆਪਣਾ ਹੱਥੀਂ ਆਪਣਾ ਆਪੇ ਕਾਜ ਸਵਾਰੀ। ਹੁਣ ਬਹੁਤੀਆਂ ਦਾਦੀਆਂ ਦਾਦੇ ਬਾਬਾ ਜੀ ਪੋਤਾ ਦਿਓ, ਉਹਦੇ ਵਿਚਾਰੇ ਤੁਰੇ ਫਿਰਦੇ ਦਿਨੇ ਰਾਤ, ਡਿੱਗਦੇ ਢਹਿੰਦੇ, ਹੱਥ ਕੰਬਦੇ, ਤੇ ਜਿਨ੍ਹਾਂ ਨੇ ਲੈਣਾ ਉਹ ਮਾਸਟਰ ਬਣੇ। ਉਹ ਉਹਨਾਂ ਗਾਂ ਕਿਹਾ ਬੀਬੀ ਤੂੰ ਜਾਇਆ ਕਰ, ਤੂੰ ਲੈ ਆਇਆ ਕਰ। ਮਹਾਰਾਜ ਕਹਿੰਦੇ ਬੀਬੀ ਤੇਰਾ ਤੇ ਭਲਾ ਹੋਣਾ, ਇਹ ਜਿੰਨੇ ਲੈਣਾ ਉਹਨੂੰ ਆਉਣਾ ਪੈਣਾ, ਉਹਨੂੰ ਇੱਥੇ ਨੱਕ ਰਗੜਨਾ ਪੈਣਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ। ਇਹਨੂੰ ਟਾਈਮ ਦੇਣੇ ਪੈਂਦੇ ਆ, ਟਾਈਮ ਦੇਣੇ ਪੈਂਦੇ ਆ। ਸਾਧ ਸੰਗਤ ਇੱਥੇ ਕਿੰਨੀਆਂ ਰੂਹਾਂ ਬੈਠੀਆਂ, ਟਾਈਮ ਜਦੋਂ ਦਿੱਤਾ ਫਿਰ ਇਹਨੇ ਆਪੇ ਸੁਣ ਲੈਣੀ ਹੈ। ਪਿਆਰ ਦਾ ਭੁੱਖਾ ਨਾ, ਤੁਹਾਡਾ ਨਹੀਂ ਜੀ ਕਰਦਾ ਤੁਹਾਡਾ ਕੋਈ ਆਪਣੇ ਕੋਲ ਹੋਵੇ? ਆਪਾਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਈਏ ਤੇ ਸ਼ਹਿਰ ਚੱਲ ਜੀ, ਆਪਾਂ ਫੋਨ ਵੀ ਕੀਤਾ ਮੈਂ ਭਾਈ ਸਾਹਿਬ ਮਿਲਣ ਆਉਣਾ, ਤੇ ਅਗਲਾ ਜਾ ਵੜੇ ਤੇ ਬਾਅਦ 'ਚ ਕੋਈ ਮੈਂ ਤੇ ਚਲੇ ਗਿਆ, ਕੀ ਆਖੂ ਤੁਹਾਡਾ ਦਿਲ? ਗੁਰੂ ਵੀ ਪਿਆਰ ਦਾ ਭੁੱਖਾ, ਹਰ ਜੁਗ ਜੁਗ ਭਗਤ ਪਾਇਆ। ਭਗਤ ਬਣਨਾ ਪੈਣਾ। ਫਿਰ ਕੀ ਹੋਊਗਾ? ਪੈਜ ਰੱਖਦਾ ਆ ਰਾਮ ਰਾਜ। ਹਾਂ, ਬੰਦੇ ਦੀ ਉਡੀਕ 'ਚ ਆਪਾਂ 4 ਘੰਟੇ ਬਹਿ ਲਈਦਾ, ਚਲੋ ਤੁਸੀਂ ਆ ਜਾਓ ਅਸੀਂ ਮਿਲ ਕੇ ਜਾਣਾ। ਤੇ ਗੁਰੂ ਕੋਲ 2 ਮਿੰਟ ਨਹੀਂ ਬਹਿੰਦੇ, ਮੁੱਖ ਵਾਕ ਨਹੀਂ ਪੂਰਾ ਹੁੰਦੇ, ਪਹਿਲੇ ਉੱਠ ਕੇ ਤੁਰ ਪੈਂਦੇ ਆ, ਹੈ ਨਾ। ਆਪਾਂ ਕਿਤੇ ਜਾਈਏ ਸੱਜਣ ਮਿੱਤਰ ਕੋ, ਕਚਹਿਰੀ ਥਾਣੇ ਕਿਤੇ, ਜੇ ਮੰਨ ਲਓ SHO ਹੈ ਨਹੀਂ ਥਾਣੇ 'ਚ, 9 ਵਜੇ ਦਾ ਟਾਈਮ ਦੇ ਕੇ ਕਿਤੇ ਉਹ ਮੀਟਿੰਗ 'ਚ ਬਹਿ ਗਿਆ, 3 ਵਜੇ ਤਾਈਂ ਥਾਣੇ 'ਚ ਬੈਠੇ ਰਹੀਦਾ, ਕਿ ਕਦੋਂ ਆਊਗਾ ਤਹਿਸੀਲਦਾਰ, ਚੌਂਕੀਦਾਰ, ਜੋ ਵੀ ਅਰਜੀ ਨਵੀਸ਼ ਬਹਿੰਦੇ ਕਿ ਨਹੀਂ? ਬਾਬਾ ਕਹਿੰਦਾ ਕੀ ਗੱਲ ਮੇਰੇ ਕੋਲ ਨਹੀਂ ਬੈਠਾ ਜਾਂਦਾ ਹੈ? ਭੱਜਦੇ ਜੇ। ਤੇ ਫਿਰ ਇੱਦਾਂ ਮਾਤਾ ਗੰਗਾ ਜੀ ਨੂੰ ਮਾਰੇ ਕਹਿੰਦੇ ਬਹਿਣਾ ਪੈਣਾ, ਜਾਣਾ ਪੈਣਾ, ਨਿਮਰਤਾ ਨਾ ਫਿਰ ਮਿਲੂ। ਫਿਰ ਵੇਖੋ ਤੁਰ ਕੇ ਗਏ, ਪੈਰਾਂ 'ਚ ਛਾਲੇ ਪੈ ਗਏ, ਹਿਰਦਾ ਵਹਿ ਤੁਰਿਆ, ਤੇ ਤਿਆਰੀ ਕਰਕੇ ਗਏ। ਤੇ ਬਾਬਾ ਬੁੱਢਾ ਕਿੱਥੇ? ਕਹਿੰਦਾ ਸਾਡੇ ਕੋਲ ਕੁਝ ਨਹੀਂ। ਕਿੱਥੇ? ਅੱਗੇ ਹੋ ਕੇ ਚਾਟੀ ਲਵਾ ਕੇ ਕਹਿੰਦਾ ਮਾਂ ਕੀ ਲਿਆਈ? ਕਹਿੰਦੇ ਫੁਲਕਾ। ਕਹਿੰਦੇ ਭੁੱਖ ਬਹੁਤ ਹੀ ਲੱਗੀ। ਜਦੋਂ ਅਗਲੇ ਦਾ ਦਿਲ ਹੀ ਨਹੀਂ ਕਰਦਾ ਖਾਣ ਨੂੰ, ਤੇ ਤੁਹਾਡੀ ਸੇਵਾ ਕਾਹਦੀ ਪ੍ਰਵਾਨ? ਜਦੋਂ ਤੁਹਾਡਾ ਅੰਦਰ ਸੈੱਟ ਹੋਇਆ, ਤੇ ਆਪ ਬਾਬਾ ਬੁੱਢਾ ਜੀ ਗਾਂ ਹੋ ਕੇ ਫੜ ਕੇ ਤੇ ਕਹਿੰਦੇ ਬਹਿ ਜਾ ਮਾਤਾ। ਮੁੱਕੀ ਮਾਰ ਕੇ ਆਖਿਆ ਇੱਦਾਂ ਦਾ ਯੋਧਾ ਜੰਮੂਗਾ ਜਿਹੜਾ ਦੁਸ਼ਮਣ ਦਾ ਸਿਰ ਫੇਕ ਕੇ ਰੱਖ ਦੇ। ਸਤਿ ਸ਼੍ਰੀ ਅਕਾਲ। ਇਸ ਕਰਕੇ ਪੁਰਾਤਨ ਇਤਿਹਾਸ ਪੜ੍ਹ ਲਓ, ਨਵਾਂ ਇਤਿਹਾਸ ਪੜ੍ਹ ਲਓ। ਜਿਹਨੇ ਲੈਣਾ ਉਹਨੂੰ ਬਹਿਣਾ ਪੈਣਾ। ਸੌਦਾ ਦੁਕਾਨ ਤੇ ਲੈਣਾ ਹੋਵੇ ਤੇ ਉੱਥੇ ਵੀ ਸੌਦਾ ਪਾਉਣਿਆਂ ਨੂੰ ਟਾਈਮ ਲੱਗਦਾ। ਬਾਬੇ ਤੋਂ ਤੇ ਫਿਰ ਆਪਾਂ ਲੈਣਾ ਹੀ ਬੜਾ ਕੁਝ ਆ, ਤੇ ਜਿਵੇਂ ਜਿਵੇਂ ਬਹੀ ਜਾਓਗੇ ਉਵੇਂ ਉਵੇਂ ਲਈ ਜਾਵਾਂਗੇ। ਤੇ ਮਹਾਰਾਜ ਦੀ ਰਬਾਬੀ ਨੂੰ ਇਹਨਾਂ ਬੀਬੀਆਂ ਨੇ ਆਖਿਆ ਬਾਬਾ ਸਾਡਾ ਸਿਫਾਰਿਸ਼ ਕਰ। ਤੇ ਫਿਰ ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਤੇ ਸੀ। ਮਾਰੇ ਕਹਿੰਦੇ ਮਰਦਾਨਿਆਂ ਕੀ ਕਹਿੰਦੀਆਂ ਹੋਏ? ਕਹਿੰਦੇ ਬਾਬਾ ਕਹਿਣਾ ਕੀ ਆ? ਇਹ ਕਹਿੰਦੀਆਂ ਵਾ ਵੀ ਤੂੰ ਦਿਆਲੂ ਆ, ਤੂੰ ਕਿਰਪਾਲੂ ਆ, ਤੂੰ ਗੁਨਾਹ ਬਖਸ਼ਦਾ ਹੈ, ਤੇ ਇਹ ਵਿਚਾਰੀਆਂ ਕੁਚੀਲ ਹਨ, ਭੈੜੀਆਂ ਹਨ, ਮਾੜਾ ਕਰਮ ਹੋਇਆ ਹੈ। ਕਰਮ ਕਮਾਇਓ ਜਸ ਪਾਇਓ ਫਲੇ ਨੇ ਤਸ, ਸਾਧ ਉਪਕਾਰੀ ਹੋਤੇ ਸ਼ਨਹ ਕਾਹੇ ਕੀ। ਤੇ ਮਹਾਰਾਜ ਕਹਿੰਦੇ ਹੋਰ ਕੀ ਕਹਿੰਦੀਆਂ ਮਰਦਾਨਿਆਂ? ਕਹਿੰਦਾ ਜੀ ਮਹਾਰਾਜ ਕਹਿਣਾ ਕੀ ਹੈ? ਇਹ ਕਹਿੰਦੀਆਂ ਵਾ ਵੀ ਜੈਸਾ ਕੋਈ ਕਰੂਗਾ ਉਸਾ ਹੀ ਪਾਊਗਾ, ਕਿ ਜਿੱਦਾਂ ਦਾ ਅਸੀਂ ਕਰਮ ਕਮਾਇਆ ਇਹਨਾਂ ਸਾਧੂਆਂ ਨਾਲ ਉਦਾਂ ਦਾ ਸਾਨੂੰ ਮਿਲ ਗਿਆ। ਸਾਨੂੰ ਨਹੀਂ ਸੀ ਪਤਾ ਵੀ ਸਾਧੂ ਪਰਉਪਕਾਰੀ ਹੁੰਦੇ। ਮਾਇਆ ਦੀ ਨਗਰੀ ਹੈ, ਇੱਥੇ ਕੋਈ ਪੂਰਾ ਸਾਧੂ ਅਜੇ ਤਾਈਂ ਆਇਆ ਨਹੀਂ। ਇੱਥੇ ਸਾਰੇ ਪਖੰਡੀ ਆਉਂਦੇ ਆ, ਫਿਰ ਜਿਨ੍ਹਾਂ ਨੂੰ ਅਸੀਂ ਇੱਦਾਂ ਬੰਨ੍ਹ ਲੈਂਦੀਆਂ ਬੱਕਰੇ ਬਣਾ ਕੇ, ਤੇ ਫਿਰ ਪੂਰਾ ਉਹਨਾਂ ਦੇ ਨਾਲ ਕੈਦ ਵਿੱਚ ਸਲੂਕ ਕਰਦੀਆਂ। ਅਸੀਂ ਇਸ ਚੀਜ਼ ਦੇ ਵਿਰੋਧ 'ਚ। ਅੱਜ ਕਈ ਬੰਦੇ ਕਹਿੰਦੇ ਨਾ ਮੈਂ ਨਹੀਂ ਰੱਬ ਨੂੰ ਮੰਨਦਾ,
ਮੈਂ ਨਹੀਂ ਗੁਰਦੁਆਰੇ ਨੂੰ ਮੰਨਦਾ, ਮੈਂ ਨਹੀਂ ਬਾਬਿਆਂ ਨੂੰ ਮੰਨਦਾ, ਉਹਦਾ ਕਾਰਨ ਹੁੰਦਾ ਉਹਨਾਂ ਨੂੰ ਕਿਤੇ ਨਾ ਕਿਤੇ ਸੱਟ ਵੱਜੀ ਹੁੰਦੀ। 100 ਚੋਂ 70 ਬੰਦੇ ਜਿਹੜੇ ਵਿਰੋਧ ਕਰਨਗੇ ਨਾ ਕੀਰਤਨੀਏ ਦਾ, ਕਥਾਵਾਚਕ ਦਾ, ਰਾਗੀ ਦਾ, ਗੁਰਦੁਆਰੇ ਦਾ, ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਦਗੀ 'ਚ ਕਿਸੇ ਬੰਦੇ ਨੇ ਉਹਨਾਂ ਦਾ ਦਿਲ ਦਿਖਾਇਆ ਹੁੰਦਾ ਤੇ ਉਹ ਫਿਰ ਵਿਸ਼ਵਾਸ ਉੱਠ ਜਾਂਦਾ। ਮੰਨ ਲਓ ਅਸੀਂ ਆ, ਤੁਸੀਂ ਸਾਨੂੰ ਘਰ 'ਚ ਬੁਲਾਇਆ, ਅਸੀਂ ਮੰਨ ਲਓ ਦੋਵੇਂ ਗਏ, ਤੁਹਾਡਾ ਉੱਥੇ ਸੋਨਾ ਪਿਆ 4 ਤੋਲੇ 20 ਲੱਖ ਰੁਪਈਆ ਪਿਆ, ਤੁਸੀਂ ਕਹਿੰਦਾ ਵਜ਼ੀਰ ਆਏ ਬਾਬਾ ਜੀ ਬਹੁਤ, ਅਸੀਂ ਨਾ ਦੁਕਾਨੋਂ ਆਏ ਤੇ ਅਸੀਂ ਚੁੱਕ ਕੇ ਸਾਰਾ ਤੇ ਆਉਂਦਿਆਂ ਨੂੰ ਬੈਗ 'ਚ ਪਾਇਆ ਹੋਵੇ ਹੈ, ਤੇ ਬਾਅਦ 'ਚ ਤੁਸੀਂ ਮੰਗਣਾ ਤੇ ਨਹੀਂ, ਪਰ ਤੁਹਾਡੀ ਜ਼ਿੰਦਗੀ 'ਚ ਪੱਕਾ ਲਿਖਿਆ ਜਾਣਾ ਵੀ ਦੁਨੀਆ ਦੇ ਉੱਤੇ ਕੋਈ ਬਾਬਾ ਨਹੀਂ। ਇੱਦਾਂ ਦੀ ਸੱਟ ਜਦੋਂ ਬੰਦੇ ਨੂੰ ਗਲਤੀ ਇੱਕ ਕਰਦਾ ਨਾ, ਉਹ ਫਿਰ ਬੰਦੇ ਦਾ ਯਕੀਨ ਟੁੱਟ ਜਾਂਦਾ। ਸਾਡੀ ਸਿੱਖ ਕੌਮ ਨੂੰ ਬਦਨਾਮ ਹੀ ਹੁਣ ਇੰਨਾ ਕੁ ਅਗਲਿਆਂ ਨੇ ਕੀਤਾ ਵਾ ਵੀ ਯਕੀਨ ਜਿਹਾ ਹੀ ਤੋੜੀ ਜਾਂਦੇ ਆ। ਕੋ ਸਤਿਨਾਮ ਵਾਹਿਗੁਰੂ। ਗਲਤੀ ਸੁਭਾਵਕ ਹੈ, ਕਿਸੇ ਤੋਂ ਵੀ ਹੋ ਸਕਦੀ ਹੈ, ਬਸ ਥੋੜਾ ਕਿਸੇ ਦੇ, ਪਰ ਇਹਨਾਂ ਚੀਜ਼ਾਂ ਕਰਕੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਬਾਤ ਆ ਪੁੱਠੇ ਪਾਸੇ ਜਾਂਦੀ। ਉਹ ਇੱਕ ਬੰਦਾ ਗੱਲ ਕਰਦਾ ਨਾ, ਨਹੀਂ ਜੀ ਉੱਥੇ ਇੱਦਾਂ, ਉਹ ਸਾਰਿਆਂ 'ਤੇ ਅਸਰ ਪੈਂਦਾ। ਇਸ ਕਰਕੇ ਉਹਨਾਂ ਰੂਹਾਂ ਨੇ ਆਖਿਆ, ਇਹਨਾਂ ਬੱਚੀਆਂ ਨੇ ਵੀ ਬਾਬਾ ਇੱਥੇ ਪਖੰਡੀ ਆਉਂਦੇ ਰਹੇ ਤੇ ਅਸੀਂ ਧਾਗਾ ਪਾ ਕੇ ਆਪਣੇ ਇਸ਼ਾਰਿਆਂ 'ਤੇ ਨਚਾਉਂਦੀਆਂ ਰਹੀਆਂ। ਇੱਥੇ ਕਮਾਈ ਵਾਲਾ ਕੋਈ ਨਹੀਂ ਆਇਆ, ਪਰ ਗਲਤੀ ਕਰ ਲਈ ਉਹਨਾਂ ਪਖੰਡੀਆਂ ਦੇ ਬਦਲੇ ਅਸੀਂ ਤੁਹਾਡੇ ਨਾਲ ਸਿਰ ਲਾ ਲਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਨੂੰ ਕੋਈ ਇੱਛਾ ਨਹੀਂ ਹੈ, ਸਿਰਫ ਕਿਰਪਾ ਕਰੋ, ਬਖਸ਼ਣਾ ਕਰੋ। ਸਵਈਆ ਮੰਦਮਤੀ ਮਨ ਮੂਰਖ, ਏ ਜਨ ਸੰਤਨ ਸੋਠ ਮਨ ਕੀਨਾ। ਕਹਿੰਦੇ ਸਾਡੀ ਮਾੜੀ ਮੱਤ ਸੀ, ਮੂਰਖਾਂ ਬਾਬਾ ਅਸੀਂ, ਜਿਨ੍ਹਾਂ ਨੇ ਸੰਤਾਂ ਤੇ ਟੂਣਾ ਕੀਤਾ। ਕਦੇ ਸਾਧੂਆਂ ਨੂੰ ਵੀ ਟੂਣੇ ਕੀਤੇ, ਆਖੋ ਸਤਿਨਾਮ। ਰੱਬ ਦੇ ਪਿਆਰਿਆਂ ਨੂੰ ਕਿਤੇ ਟੂਣਾ ਕਰਨ ਨਾ ਬਹਿ ਜਿਓ, ਤੱਪੜ ਰੋਲ ਜਾਣਗੇ ਤੱਪੜ। ਕਹਿੰਦੇ ਨਾ ਕੋਈ ਸਾਧੂ ਭਿੱਜਿਆ ਸੀ ਤੇ ਇੱਕ ਬੀਬੀ ਦੇ ਉਹ ਕਰਦੀ ਕਰਾਉਂਦੀ ਸੀ ਤਾਂ ਜਾਦੂ ਮੁੰਡਾ। ਇਹ ਗੱਲ ਸਾਡੀ ਦਾਦੀ ਸੁਣਾਉਂਦੀ ਸੀ, ਤੁਸੀਂ ਵੀ ਸੁਣੀ ਹੋਊ। ਉਹ ਗਜਾ ਕਰਦਾ ਹੁੰਦਾ ਸੀ ਤੇ ਉਹਨੇ ਜਦੋਂ ਉਸ ਬੀਬੀ ਦੇ ਘਰ ਜਾਣਾ ਤੇ ਉਹਨੇ ਸਗੋਂ ਕਹਿਣਾ ਨਹੀਂ ਕੀਤੀ ਤੇ ਕਰਕੇ ਵੇਖ ਲਾ। ਉਹਨੂੰ ਬੜਾ ਗੁੱਸਾ ਆਇਆ ਇੱਕ ਦਿਨ, ਕਹਿੰਦੀ ਇਹਨੇ ਬੜਾ ਦੁਖੀ ਕੀਤਾ ਬਾਬੇ ਨੇ, ਲਾ ਗੱਲਾਂ ਕਰਦਾ, ਇਹਦਾ ਕੰਢਾ ਰਗੜਦਾ। ਉਹਨੇ ਕਹਿੰਦੇ ਕੀ ਕੀਤਾ, ਵਧੀਆ ਪਰੌਂਠੇ ਪਾ ਕੇ ਵਿੱਚ ਉਹਦੇ ਚੰਗਾ ਸਾਜੋ ਸਮਾਨ, ਪਨੀਰ, ਗੰਢੇ, ਅਦਰਕ ਤੇ ਵਿੱਚ ਉਹਦੇ ਮੱਖਣੀ ਚੰਗੀ ਰੀਝ ਨਾਲ ਪਕਾਏ ਵੀ। ਇਹ ਬਾਬੇ ਨੇ ਜਦੋਂ ਜਾ ਕੇ ਗਜਾ ਕਰਕੇ ਰੱਖੇ ਤੇ ਹਰ ਬੰਦਾ ਵਧੀਆ ਪ੍ਰਸ਼ਾਦੇ ਨੂੰ ਪੈਂਦਾ। ਆਪਾਂ ਵੇਖ ਲਈਏ ਨਾ ਕਈ ਵਾਰੀ ਆਮ ਹੀ ਲੰਗਰ 'ਚ ਜਾਈਦਾ ਤੇ ਟੋਕਰਾ ਖੋਲੀ ਦਾ ਵੀ ਕਿਤੇ ਨਾ ਕਿਤੇ ਚੋਪੜਿਆ ਮਿਲ ਜੇ। ਤੇ ਬਾਬੇ ਫਰੀਦ ਨੇ ਐਵੇਂ ਥੋੜਾ ਲਿਖਤਾ, ਜਿੰਨਾ ਖਾਦੀ ਚੋਪੜੀ ਕੜੇ ਸਹਿਣਗੇ ਦੁੱਖ ਬਰੀਦਾ, ਰੁੱਖੀ ਸੁਖੀ ਖਾਏ ਕੈ ਪਾਣੀ ਪੀਓ। ਉਹਨੇ ਪਰੌਠਿਆਂ 'ਚ ਪਾਇਆ ਜ਼ਹਿਰ। ਉਹਨੇ ਕਿਹਾ ਅੱਜ ਬਾਬਾ ਤੇਰੇ ਮੁੰਨੇ ਤੇਲ ਦੇਣਾ। ਇਹ ਰੋਜ਼ ਮੇਰੇ ਬੂਹੇ ਤੇ ਆ ਕੇ ਕਹਿੰਦਾ ਨਹੀਂ ਕੀਤੀ ਤੇ ਹਾਂ, ਤੇ ਅੱਗੇ ਲੋਕਾਂ ਨੂੰ ਸੀਸਾਂ ਦਿੰਦਾ। ਤੇ ਉਹਨੇ ਜ਼ਹਿਰ ਪਾਤਾ ਤੇ ਜਦੋਂ ਉਹਨੇ ਇਦਾਂ ਉਹ ਆਪਣੀ ਚ ਪਾਉਂਦੇ ਪ੍ਰਸ਼ਾਦੇ ਝੋਲੀ ਖੋਲੀ, ਉਹਨੇ ਪ੍ਰਸ਼ਾਦੇ ਰੱਖੇ ਤੇ ਉਹ ਕਹਿੰਦਾ ਨਹੀਂ ਕੀਤੀ ਤੇ ਕਰਕੇ ਵੀ। ਕਹਿੰਦੀ ਅੱਜ ਤੇ ਫਿਰ ਤੈਨੂੰ ਪਤਾ ਲੱਗੂ ਨਾ, ਕਿਉਂਕਿ ਤੂੰ ਜਾਂਦਿਆਂ ਚੰਗੇ ਪ੍ਰਸ਼ਾਦੇ ਕੱਢਣੇ ਆ ਮੇਰੇ ਸਹਿਲ ਸੋ ਨੂੰ। ਆਖੋ ਸਤਿਨਾਮ। ਇਹ ਵੀ ਬਥੇਰਾ ਮੈਂ ਸਮਝਾਊਂ ਇਹਨੂੰ ਵੀ ਚੰਗੀਆਂ ਚੋਪੜੀਆਂ ਔਖਾ ਕਰਦੀਆਂ। ਪਤਾ ਨਹੀਂ ਕੋਈ ਕਿੱਦਾਂ ਦਾ ਹੁੰਦਾ ਘਰਾਂ 'ਚ, ਭਾਈ ਬਹੁਤ ਮਹਿੰਗਾਈ ਹੈ। ਉਹ ਅਸਰ ਮਹਾਂਪੁਰਖ ਕਹਿੰਦੇ ਇੱਕ ਪ੍ਰਸ਼ਾਦਾ ਛਕਦੇ ਤੇ 25 ਜਪਜੀ ਸਾਹਿਬ ਪੜ੍ਹਨੇ ਪੈਂਦੇ ਆ, ਨਹੀਂ ਤੇ ਵੱਖੀਆਂ ਗਲ ਜਾਣਗੀਆਂ ਜੇ ਵੱਖੀਆਂ। ਇਹ ਮਹਾਂਪੁਰਖਾਂ ਦੇ ਵਚਨ ਸੀ। ਇਹੋ ਜਿਹੀ ਕਥਾ ਗਿਆਨੀ ਜਸਵੰਤ ਸਿੰਘ ਬਹੁਤ ਕਰਦੇ ਮੰਜੀ ਸਾਹਿਬ ਵਾਲੇ, ਉਹ ਤੇ ਫਿਰ ਕਰਦੇ ਵੀ ਉਤਲੀ ਸੁਰਤ ਹੀ ਆ, ਕਿਉਂਕਿ ਉਹਨਾਂ ਨੇ ਸੰਗਤ ਕੀਤੀ। ਭਤੀਜੇ ਆ ਸੰਤ ਕਰਤਾਰ ਸਿੰਘ ਹੋਣਾ ਦੇ, ਉਹ ਸਾਧੂਆਂ ਨਾਲ ਰਹੇ ਆ। ਕਹਿੰਦੇ ਮਹਾਂਪੁਰਖ ਜਿੱਥੇ ਟਕਸਾਲ ਦੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਜਾਂਦੇ, ਕਹਿੰਦੇ ਇਸ ਘਰ ਵਾਸਤੇ 25 ਪਾਠ ਕਰੋ ਜਪਜੀ ਸਾਹਿਬ ਦੇ। ਉਹਨਾਂ ਦੇ ਬੱਚਿਆਂ ਕਿੱਦਾਂ ਮਿਹਨਤ ਕੀਤੀ, ਕਿੱਦਾਂ ਕਣਕ ਆਈ, ਕਿੱਦਾਂ ਭੈਣਾਂ ਨੇ ਆਟਾ ਗੁੰਨਿਆ, ਕਿੰਨੀ ਮਿਹਨਤ ਨਾਲ ਫੁਲਕਾ ਪੱਕਾ। ਤੇ ਜੇ 25 ਉਹ ਪੜ੍ਹਾਉਂਦੇ ਤੇ ਆਪਾਂ ਕੁਝ ਨਹੀਂ ਕੀਤਾ, ਛੱਕ ਕੇ ਸੌਂਗੇ ਤੇ ਕੀ ਬਣੂ? ਉਹਨੇ ਤਾਂ ਸੇਵਾ ਪੂਰੀ ਹੋ ਜਾਣੀ ਜਿਹਨੇ ਤਾਂ ਕਰਤੀ। ਤੇ ਉਹਨੇ ਜਦੋਂ ਪਰੌਂਠੇ ਪਾਏ ਤੇ ਕਹਿੰਦੀ ਨਹੀਂ, ਉਹ ਕਹਿੰਦਾ ਨਹੀਂ ਕੀਤੀ ਤੇ ਪੁੱਜਿਆ ਸੀ। ਇੱਥੇ ਬਚਨ ਆਇਆ ਵੀ ਸੰਤਾਂ ਸਾਧੂਆਂ ਰੱਬ ਦੇ ਪਿਆਰਿਆਂ ਤੇ ਟੂਣਾ ਨਾ ਕਰਿਓ ਕਿਤੇ। ਉਹਨੇ ਜਦੋਂ ਐ ਕੀਤਾ ਤੇ ਉਹ ਸਾਧੂ ਸੀ ਫੱਕਰ, ਉਹਨੇ ਜਾ ਕੇ ਪ੍ਰਸ਼ਾਦਿਆਂ ਵਾਲੀ ਟੋਕਰੀ 'ਚ ਪ੍ਰਸ਼ਾਦੇ ਪਾਤੇ। ਉਸੇ ਬੀਬੀ ਦਾ ਮੁੰਡਾ ਤੇ ਪਤੀ
ਹਲ ਵਾਹ ਕੇ ਤੇ ਕਹਿੰਦੇ ਅੱਜ ਆਪਾਂ ਘਰੇ ਕੀ ਜਾਣਾ, ਅੱਜ ਫੁਲਕਾ ਗੁਰਦੁਆਰਿਓਂ ਨਾ ਛਕੀਏ। ਦੇਖੋ ਰੱਬ ਖੇਡ ਗੇਮ ਘੁਮਾ ਦੇ। ਉਹਨਾਂ ਨੇ ਹੱਥ ਮੂੰਹ ਧੋਤਾ ਤੇ ਲੰਗਰ 'ਚ ਆ ਗਏ ਤੇ ਉਹ ਮੁੰਡੇ ਨੂੰ ਕਹਿੰਦਾ ਜਾ ਪੁੱਤ ਉੱਥੇ ਪਹਿਲਾਂ ਇਦਾਂ ਹੀ ਸੀ ਵਰਤਾਵਾ ਕੋਈ ਨਹੀਂ, ਕਹਿੰਦੇ ਜਾ ਪ੍ਰਸ਼ਾਦੇ ਲੈ ਮੈਂ ਸਬਜ਼ੀ ਪਾ ਲਈ। ਤੇ ਉਹ ਰੱਬ ਦੀ ਲਿਖਤ ਵੇਖੋ, ਉਹਨੇ ਟੋਕਰਾ ਵੇਖਿਆ ਤੇ ਉਹਨੇ ਜਾਂਦਿਆਂ ਹੱਥ ਹੀ ਉਹਨਾਂ ਨੂੰ ਪਾਇਆ ਜਿਹੜੇ ਉਧਰੋਂ ਆਏ। ਉਹ ਚਮਕੇ ਜਦੋਂ ਘਿਓ ਲੱਗਾ ਤੇ ਉਹਨੇ ਦੋਵੇਂ ਚੱਕ ਲਏ, ਇੱਕ ਬਾਪੂ ਨੇ ਦਿੱਤਾ ਆਪ ਖਾ ਕੇ ਪੀਤੀ ਤੇ ਨਾਲ ਹੀ ਖਤਮ ਹੋ ਗਿਆ। ਜਦੋਂ ਗੱਲ ਘਰੇ ਪਹੁੰਚੀ ਤੇ ਉਹ ਬੀਬੀ ਭੱਜੀ ਆਵੇ ਰੋਂਦੀ ਧੋਂਦੀ, ਤੇ ਉਹ ਗਾੜੀ ਫੇਰ ਭਾਂਡੇ ਮਾਂਜਣ ਦਿਆ, ਕਹਿੰਦਾ ਨਹੀਂ ਕੀਤੀ ਤੇ ਕਰਕੇ ਵੇਖ ਲਓ। ਇਸ ਕਰਕੇ ਉਹਨਾਂ ਬੀਬੀਆਂ ਨੇ ਆਖਿਆ ਵੀ ਸਾਡੀ ਕੀਤੀ ਦਾ ਫਲ ਸਾਨੂੰ ਮਿਲ ਗਿਆ ਹੀ, ਇਸ ਕਰਕੇ ਬਾਬਾ ਸਾਨੂੰ ਬਖਸ਼ਾ ਲੈ, ਅਸੀਂ ਤੇ ਰੱਬ ਤੇ ਟੂਣਾ ਕਰ ਦਿੱਤਾ। ਠਾਰ ਕਠਾਰ ਨਾ ਜਾਣਤ ਹੈ, ਨਿਤ ਆਤੁਰ ਕਾਮ ਤੇ ਹੋਤ ਅਲੀਨਾ। ਸੋ ਸਾਧ ਸੰਗਤ ਜੀ, ਕਈ ਵਾਰੀ ਆਪਾਂ ਗੁੱਸਾ ਕਰਦੇ, ਮੈਂ ਕਿਸੇ ਦਾ ਵਿਰੋਧੀ ਨਹੀਂ, ਮੈਂ ਤੇ ਗੁਰੂ ਘਰ ਦਾ ਕੂਕਰ ਹੈ, ਕੁੱਤਾ ਹੈ। ਸਾਡੀ ਜ਼ਿੰਦਗੀ 'ਚ ਏਦਾਂ ਮੈਂ ਵੇਖਿਆ, ਇੱਕ ਬੰਦਾ ਨਾ ਜਿੱਦਾਂ ਮਾਤਾ ਦੀ ਜੋਤ ਲਾਉਂਦਾ ਸੀ ਤੇ ਬੜਾ ਉਹਨੇ ਦੁਨੀਆ ਜੋੜੀ ਸੀ, ਚੌਂਕੀ ਲਾਉਣੀ ਤੇ ਲੋਕਾਂ ਨੂੰ ਇਦਾਂ ਦੱਸਣਾ ਮੰਗਲ ਵੀਰਵਾਰ। ਲੋਕਾਂ ਦਾ ਤੇ ਪਤਾ ਨਹੀਂ ਸਵਾਰਿਆ ਕਿ ਨਹੀਂ ਸਵਾਰਿਆ। ਉਹ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਨਾ, ਮਹਾਂਪੁਰਖ ਕਹਿੰਦੇ ਕਿਸੇ ਲਈ ਦਿਲੋਂ ਅਰਦਾਸ ਕਰ ਦਿਓ, ਅੱਧੀ ਤੁਹਾਡੇ ਤੇ ਪੈਂਦੀ। ਮੇਰੇ ਵੇਖਣ ਦੀ ਗੱਲ ਹੈ ਵੀ ਉਸ ਬੰਦੇ ਦਾ ਘਰ ਹੀ ਖਤਮ ਹੋ ਗਿਆ। ਦੁਨੀਆ ਜੁੜੀ ਸੀ, ਉਹਨੇ ਪੁੱਛਣਾ ਦੇਣੀ, ਪੈਸੇ ਲਈ ਜਾਣੇ। ਹੁਣ ਲੋਕਾਂ ਦਾ ਤੇ ਕੰਮ ਸੂਤ ਆਈ ਗਿਆ, ਜੇ ਵੀਜ਼ੇ ਦੀ ਅਰਦਾਸ ਕੀਤੀ ਵੀਜ਼ਾ ਲੱਗ ਗਿਆ, ਕਿਸੇ ਦੀ ਮੁੰਡੇ ਦੀ ਕੀਤੀ ਉਹਦੇ ਮੁੰਡਾ ਹੋ ਗਿਆ, ਤੇ ਉਹ ਜਿਹੜਾ ਆਪ ਦਾ ਪਰਿਵਾਰ ਸੀ ਸਾਰੇ ਦਾ ਸਾਰਾ ਹੀ ਮਾਂਜਿਆ ਗਿਆ। ਕਿਸੇ ਨੂੰ ਕੋਈ ਰੋਗ ਨਿਕਲ ਆਇਆ, ਕਿਸੇ ਦਾ ਐਕਸੀਡੈਂਟ ਹੋ ਗਿਆ, ਕਿਸੇ ਨਾਲ ਕੋਈ ਕਹਾਣੀ ਬਣੀ ਤੇ ਫਿਰ ਉਹ ਬੰਦਾ ਰੋਵੇ। ਉਹ ਫਿਰ ਇਦਾਂ ਹੁੰਦਾ ਨਾ, ਇੱਕ ਬਾਬਾ ਬੇਦੀ ਰਾਮ ਸਿੰਘ ਬੱਗੇ ਭਰਵੱਟੇ ਸੀ, ਉਹਨਾਂ ਦੇ ਮਹਾਂਪੁਰਖਾਂ ਦੀਆਂ ਕਥਾ 'ਚ ਲਿਖਿਆ, ਤੇ ਉੱਥੇ ਇੱਕ ਮਾਈ ਕਹਿੰਦੀ ਵੀ ਬਾਬਾ ਜੀ ਸਾਡਾ ਵੀ ਦੀਵਾ ਜਗਾ ਦਿਓ। ਮਹਾਂਪੁਰਖ ਕਹਿੰਦੇ ਫਿਰ ਇੱਕ ਬੁੱਝ ਜੂਗਾ ਤੇ ਇੱਕ ਜਗ ਜੂਗਾ। ਉਹ ਜ਼ਿਆਦਾ ਹੀ ਪ੍ਰੇਮ ਕਰਦੀ ਸੀ ਮਾਈ, ਸ਼ਰਧਾ ਬੜੀ ਸੀ ਸੰਗਤ ਵਿੱਚ, ਤੇ ਮਹਾਂਪੁਰਖ ਮੋੜ ਨਹੀਂ ਸਕੇ। ਕਹਿੰਦੇ ਮਾਤਾ ਤੂੰ ਸੰਗਤ ਦੀ ਸੇਵਾ ਬਹੁਤ ਕਰਦੀ ਆ ਤੇ ਬਾਬੇ ਨਾਨਕ ਦਾ ਘਰ ਹੈ, ਜਾਂ ਫਿਰ ਉੱਦਾਂ ਤੇਰੇ ਲਿਖਿਆ ਨਹੀਂ ਆ, ਫਿਰ ਤੈਨੂੰ ਆਪ ਦੇ ਵਾਲਾ ਦਿੰਦੇ ਜਾਂ ਕਹਿੰਦੇ ਸਾਡਾ ਬੁੱਝੂਗਾ ਤੇ ਤੇਰਾ। ਇਹ ਗਿਆਨੀ ਪਿੰਦਰਪਾਲ ਜੀ ਦੇ ਵਚਨ ਹੈ। ਕਹਿੰਦੇ ਉਧਰੋਂ ਬੀਬੀ ਦੇ ਘਰ ਪੋਤਾ ਆਇਆ ਤੇ ਮਹਾਂਪੁਰਖਾਂ ਦਾ ਬੇਟਾ ਚੜ੍ਹਾਈ ਕਰ ਗਿਆ। ਸਾਰੇ ਪਾਸੇ ਰੋਣੇ ਧੋਣੇ ਪੈ ਗਏ ਤੇ ਉਹ ਬੱਚਾ ਜਿਹੜਾ ਹੋਇਆ ਉਹਦੇ ਭਰਵੱਟੇ ਬੱਗੇ ਚਿੱਟੇ ਸੀ ਬਚਪਨ ਤੋਂ ਦੋਵੇਂ, ਤੇ ਉਹ ਮਹਾਂਪੁਰਖਾਂ ਦੀ ਅੰਸ਼ ਬੰਸ ਹੈ। ਅੱਜ ਵੀ ਜਿਨ੍ਹਾਂ ਦੇ ਬਚਪਨ 'ਚ ਹੀ ਬੱਗੇ ਭਰਵੱਟੇ ਹੁੰਦੇ, ਉਸ ਮਹਾਂਪੁਰਖ ਦੀ ਅੰਸ਼ ਬੰਸ ਹੈ। ਇਹ ਦੇਣੇ ਪੈਂਦੇ ਆ, ਲੈਣੇ ਦੇਣੇ ਕਰਤੇ ਆਪਾਂ ਲੈਨੇ, ਮੁੜ ਕੇ ਔਖੇ ਬੜੇ ਕਰਦੇ ਹੀ। ਇਸ ਕਰਕੇ ਸਾਧ ਸੰਗਤ ਇਹਨਾਂ ਬੀਬੀਆਂ ਨੇ ਹੱਥ ਜੋੜੇ ਤੇ ਹੁਣ ਆਪਣੇ ਕੀਤੇ ਕਰਮ ਦਾ ਪਛਤਾਵਾ ਹੋ ਰਿਹਾ ਹੈ। ਆਪ ਕਰੋ ਕਰਨਾ ਕਰਨਾ, ਕਰ ਤੋ ਸ਼ਰਨਾ ਪਰਨਾ ਹਮ ਲੀਨਾ। ਔਰ ਕਹਿੰਦੇ ਹਨ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਚੰਗਾ ਬੁਰਾ ਨਹੀਂ ਮੰਨਦੀਆਂ, ਅਸੀਂ ਤੇ ਆਪਣੇ ਕਾਮ ਦੇ ਵਸ ਵਿੱਚ ਅਧੀਨ ਆ। ਸਾਨੂੰ ਨਹੀਂ ਪਤਾ ਨਾਮ ਕੀ ਹੁੰਦਾ, ਸੇਵਾ ਕੀ ਹੁੰਦੀ ਤੇ ਸੰਤ ਕੀ ਹੁੰਦੇ ਹਨ। ਮਾਨਵੀ ਦੇਹ ਕਰੋ ਇਨ ਕੀ ਬਖਸ਼ੋ, ਅਪਰਾਧ ਤੁਮੇ ਪ੍ਰਭ ਚੀਨਾ। ਭਾਈ ਮਰਦਾਨਾ ਜੀ ਕਹਿੰਦੇ ਬਾਬਾ ਇਹ ਭੋਲੀਆਂ ਇਹਨਾਂ ਨੂੰ ਨਹੀਂ ਸੀ ਪਤਾ, ਇਹ ਤੇਰੇ ਬਿਨਾਂ ਕੌਣ ਗੱਲ ਨਾ ਲਾਊਗਾ, ਜੇ ਤੂੰ ਹੀ ਧੱਕੇ ਦੇਵੇਂਗਾ ਕਿੱਥੇ ਜਾਵਾਂਗੇ। ਇਸ ਕਰਕੇ ਕਿਰਪਾ ਕਰਕੇ ਇਹਨੂੰ ਬਖਸ਼ ਦਿਓ। ਗੁਰ ਨਾਨਕ ਆਨੰਦ ਬੈਨ ਪਨੇ, ਗੁਰ ਸਿੱਖੀ ਮਨਜੂਰ ਕਰੋ ਮਨ ਮਾਹੀ। ਗੁਰੂ ਨਾਨਕ ਸਾਹਿਬ ਨੇ ਉਹਨਾਂ ਦੋ ਬੀਬੀਆਂ ਨੂੰ ਆਖਿਆ, ਕਹਿੰਦੇ ਪੁੱਤ ਪਹਿਲਾਂ ਇੱਕ ਵਾਅਦਾ ਕਰੋ। ਕਹਿੰਦੀਆਂ ਜੀ ਕੀ? ਮਹਾਰਾਜ ਕਹਿੰਦੇ ਗੁਰ ਸਿੱਖੀ ਮਨਜੂਰ ਕਰੋ ਮਨ ਮਾਹੀ, ਬਚਨ ਕਰੋ ਸਾਡੇ ਨਾਲ ਵੀ ਅੱਜ ਤੋਂ ਗੁਰਸਿੱਖੀ ਤੁਹਾਨੂੰ ਕਬੂਲ ਹੈ, ਗੁਰਸਿੱਖੀ ਵਾਲਾ ਜੀਵਨ ਜੀਣਾ ਕਰੋਗੀਆਂ। ਧਰਮਸ਼ਾਲ ਕਰੋ ਹਰ ਨਾਮ ਰਰੋ, ਗੁਰ ਭਾਉ ਤਰੋ ਹਰ ਕੈ ਕ੍ਰਿਤ ਜਾਹੀ। ਉਹ ਬੀਬੀਆਂ ਕਹਿੰਦੀਆਂ ਬਾਬਾ ਜੀ ਗੁਰਸਿੱਖੀ ਕਿਹਨੂੰ ਕਹਿੰਦੇ ਆ? ਉਹ ਇੰਦਰੀ ਮਾਇਆ ਦੀ ਨਾ ਉਹ ਨਗਰੀ,
ਉਹ ਕਹਿੰਦੇ ਬਾਬਾ ਨਾਨਕ ਜੀ ਗੁਰਸਿੱਖੀ ਕਿਹਨੂੰ ਕਹਿੰਦੇ, ਤੁਸੀਂ ਵੀ ਸੁਣ ਲਓ, ਆਪਾਂ ਸਾਰਿਆਂ ਵਾਸਤੇ ਵੀ, ਆਪਾਂ ਵੀ ਆਪਦੇ ਆਪ ਨੂੰ ਸਿੱਖ ਕਹਾਉਣੇ ਆ, ਪਰ ਸਿੱਖ ਵਾਲੀ ਗੱਲ ਗੁੱਲ ਕੋਈ ਨਹੀਂ ਆਪਣੇ। ਉਹਨੇ ਬੀਬੀਆਂ ਨੇ ਕਿਹਾ ਮਹਾਰਾਜ ਸਾਨੂੰ ਥੋੜ੍ਹਾ ਸਮਝਾ ਦਿਓ ਵੀ ਗੁਰਸਿੱਖੀ ਕਿਹਨੂੰ ਕਹਿੰਦੇ। ਮਹਾਰਾਜ ਕਹਿੰਦੇ ਇੱਕ ਧਰਮਸ਼ਾਲ ਬਣਾਓਗੀਆਂ। ਹੁਣ ਉਹ ਵਿਚਾਰੀਆਂ ਨੂੰ ਪਤਾ ਨਹੀਂ, ਉਹ ਕਹਿੰਦੇ ਧਰਮਸ਼ਾਲ ਕੀ ਹੁੰਦੀ ਹੈ। ਬਿਲਕੁਲ ਹੀ ਡਾਉਣ ਜਿਹਨੂੰ ਕਹਿੰਦੇ ਨਾ, ਮੇਰੇ ਵਰਗਾ ਮੰਨ ਲਓ ਮੈਸੀ 'ਚ ਚੱਲ ਜੀ ਹੋਣਾ, ਬੱਚਿਆਂ ਨੇ ਆਈਲੈਟਸ ਕੀਤੀ ਆ, ਇਹਨਾਂ ਤੇ ਗੋਰਿਆਂ ਨਾਲ ਫਟਾਫਟ ਗੱਲ ਕਰ ਜਾਣੀ ਹੈ, ਤੇ ਮੈਨੂੰ ਪੁੱਛਣਗੇ ਤੇ ਮੈਂ ਤੇ ਫਿਰ ਉੱਕਾ ਹੀ ਨਿਲ ਲਾਣਾ। ਮੈਂ ਤੇ ਫਿਰ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪਰ ਇੱਕ ਗੱਲ ਹੈਗੀ, ਵਾਹਿਗੁਰੂ ਜੀ ਦੇ ਨਾਲ ਹੁੰਦਾ ਕਾਰਜ ਕਰਦਾ ਹੀ। ਕਹਿੰਦੇ ਕਿਸੇ ਨੂੰ ਇੱਦਾਂ ਭਾਵਨਾ ਵਾਲੇ ਸਿੱਖ ਸੀ ਤੇ ਬਹੁਤਾ ਕੀਰਤਨ ਨਹੀਂ ਸੀ ਆਉਂਦਾ, ਤੇ ਵੀਜ਼ਾ ਲੱਗ ਗਿਆ। ਉਹ ਜਦੋਂ ਇਹ ਉੱਥੇ ਐਮਬੈਸੀ 'ਚ ਗਏ ਤੇ ਉਹ ਕਹਿੰਦੇ ਵੀ ਕੀ ਕਰਨ ਚੱਲੇ, ਕਹਿੰਦੇ ਕੀਰਤਨ ਕਰਨ। ਤੇ ਉਹ ਕਹਿੰਦੇ ਸੁਣਾਓ ਸਾਨੂੰ। ਜਦੋਂ ਰੱਬ ਸਾਥ ਦੇਵੇ, ਉਹਨਾਂ ਦੇ ਅੰਦਰ ਨਿਮਰਤਾ ਸੀ, ਭਾਵਨਾ ਸੀ। ਉਹ ਦੂਜੇ ਨੂੰ ਕਹਿੰਦਾ ਵੀ ਆਉਂਦਾ ਤੇ ਕੱਖ ਨਹੀਂ, ਕਰੀਏ ਕੀ, ਜਿਹੜਾ ਵਾਹਿਗੁਰੂ ਖੇਡ ਥੋੜਾ ਕਿਤੇ। ਵਾਹਿਗੁਰੂ ਤੇਰਾ ਸਭ ਸਦਕਾ। ਉਹ ਕਹਿੰਦੇ ਜੀ ਇਹ ਇੱਦਾਂ ਨਹੀਂ ਸੁਣਾਈਦਾ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਦੇਗ ਬਣਾਓ, ਸੰਗਤ ਲਿਆਓ 200 400 ਜਾਣਾ, ਤੇ ਫੇਰ ਸ਼ਬਦ ਗਾਈ ਦੇ। ਉਹ ਗੋਰੇ ਕਹਿੰਦੇ ਵੀ ਵਾਹ, ਵੀ ਇਹਨਾਂ ਦੇ ਅੰਦਰ ਭਾਵਨਾ, ਇਹਨਾਂ ਨੂੰ ਮਰਜ਼ਾਦਾ ਹੈ ਵੀ ਇੱਦਾਂ ਹੀ ਆ। ਸੱਚ ਪੁੱਛਿਓ ਜੀ, ਅਸਲ ਮਰਜ਼ਾਦਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ, ਉੱਥੇ ਕਥਾ ਕੀਰਤਨ ਨਹੀਂ ਹੋ ਸਕਦਾ। ਪਰ ਅਸੀਂ ਗਲਤੀ ਪਤਾ ਕਿਉਂ ਕਰਦੇ। ਮੈਨੂੰ ਇਹ ਕਿਸੇ ਨੇ ਸਵਾਲ ਵੀ ਕੀਤਾ, ਲਾਈਵ ਚੱਲਦਾ, ਕਹਿੰਦੇ ਜਦੋਂ ਬੰਦਾ ਮਰਿਆ ਪਿਆ ਹੁੰਦਾ ਤੇ ਕਈ ਕੀਰਤਨ ਕਰਾਉਂਦੇ ਨੇ ਉਹਦੇ ਸਰਾਣੇ ਬਹਿ ਕੇ ਰਾਗੀ ਜਥਾ, ਇਹ ਸਹੀ ਆ ਕਿ ਗਲਤ ਆ? ਮੈਂ ਕਿਹਾ ਤੁਹਾਡਾ ਕੀ ਮਨ ਕਹਿੰਦਾ? ਕਹਿੰਦੇ ਜੀ ਤੁਸੀਂ ਕਿਤੇ ਕਥਾ ਕੀਤੀ ਸੀ ਤੇ ਤੁਸੀਂ ਕਿਹਾ ਵੀ ਇਹ ਮਨ ਮਤ, ਪਰ ਉਹ ਤੇ ਸਹੀ ਆ, ਸਗੋਂ ਗੁਰਬਾਣੀ ਦਾ ਜਾਪ ਹੁੰਦਾ ਕੁਝ। ਮੈਂ ਕਿਹਾ ਵੀ ਤੁਹਾਡੀਆਂ ਨਜ਼ਰਾਂ 'ਚ ਸਹੀ ਆ, ਪਰ ਜਦੋਂ ਆਪਾਂ ਇਤਿਹਾਸ ਪੜ੍ਹਾਂਗੇ ਨਾ ਗ੍ਰੰਥ, ਤੇ ਗੁਰਮਤਿ ਕਹਿੰਦੀ ਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ ਉੱਥੇ ਦੀਵਾਨ ਨਹੀਂ ਲੱਗ ਸਕਦਾ। ਜਾਂ ਤਾਂ ਘਰ 'ਚ ਪ੍ਰਕਾਸ਼ ਕਰ ਲਿਆ ਕਰੋ, ਜੇ ਕੋਈ ਵਧੀਆ ਬੰਦਾ ਮਰਿਆ ਤੇ ਗੁਰੂ ਸਾਹਿਬ ਨੂੰ ਲੈ ਆਓ, ਜਿੱਥੇ ਰਾਗੀ ਆ ਗਏ ਤੇ ਗੁਰੂ, ਫਿਰ ਉੱਥੇ ਕੀ ਹੋ ਚੱਲਿਆ, ਮਹਾਰਾਜ ਸਰੂਪ ਵੀ ਲਿਆਇਆ ਕਰੋ। ਅਸੀਂ ਕੀ ਕਰਦੇ ਹਾਂ, ਅਸੀਂ ਮੁਰਦਾ ਅੱਗੇ ਮੰਜੇ ਤੇ ਪਾਇਆ ਹੁੰਦਾ ਵਿੱਚ, ਤੇ ਰਾਗੀ ਉਹਦੇ ਰਾਗੀ ਸਿੰਘ ਭਾਏ ਹੁੰਦੇ। ਇਹ ਗਲਤ ਗੱਲ ਹੈ। ਜਦੋਂ ਸੋਚੀਏ ਨਾ, ਵਿਚਾਰੀਏ ਇਸ ਚੀਜ਼ ਨੂੰ। ਹੁਣ ਭਾਈ ਨਿਰਮਲ ਸਿੰਘ ਜੀ ਚੋਲਾ ਸਾਹਿਬ ਸ਼ਹੀਦ ਹੈ, ਸ਼੍ਰੋਮਣੀ ਕਮੀਸ਼ਨਰ, ਤੇ ਉਹਨਾਂ ਨੂੰ ਜਦੋਂ ਸ਼ਹੀਦ ਕੀਤਾ ਸੀ ਤੇ ਉਹ ਜਿਹੜਾ ਉਦੋਂ DSP ਜਾਂ SHO ਕੋਈ ਵੀ, ਉਹ ਕਹਿੰਦਾ ਵੀ ਗਾ ਕੇ ਸੁਣਾ। ਕਹਿੰਦਾ ਮੈਂ ਸੁਣਿਆ ਤੇਰੀ ਆਵਾਜ਼ ਬੜੀ ਪਿਆਰੀ ਆ ਤੇ ਤੂੰ ਗਾ। ਤੇ ਭਾਈ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿਓ, ਜੋ ਮਰਜ਼ੀ ਸੁਣ ਲਿਓ। ਕਹਿੰਦੇ ਮੈਂ ਕੁੱਤਿਆਂ ਬਿੱਲਿਆਂ ਕੋਲ ਨਹੀਂ ਗਾਉਂਦਾ। ਉਹਨੇ ਫਿਰ ਉਹਨਾਂ ਨੂੰ ਹੁਕਮ ਕੀਤਾ, ਕਹਿੰਦਾ ਇਹਦੀ ਜ਼ੁਬਾਨ ਵੱਢੋ। ਭਾਈ ਸਾਹਿਬ ਦੀ ਜੀਭ ਕੱਟੀ ਗਈ। ਫਿਰ ਉਹਨਾਂ ਦੀ ਛਾਤੀ ਤੇ AK-47 ਦੇ ਨਾਲ ਬ੍ਰੈਸਟ ਮਾਰ ਕੇ ਦਰਿਆ ਦੇ ਵਿੱਚ, ਵਿਦੇਸ਼ਾਂ 'ਚ ਬਹੁਤ ਵੱਡੇ ਚਿੱਤਰ ਜਿਹੜੇ ਅਮਰੀਕਾ ਕੈਨੇਡਾ 'ਚ ਭਾਈ ਸਾਹਿਬ ਦੇ ਲੱਗੇ ਆ। ਐਸੇ ਰੱਬ ਦੇ ਪਿਆਰੇ ਹੋਏ ਆ। ਇਹ ਕੋਈ ਖੇਡ ਥੋੜਾ ਹੁੰਦੀ ਹੈ ਵੀ ਜਿੱਥੇ ਕੋਈ ਮਰਜ਼ੀ ਪੈਸੇ ਦੇ ਦੇ ਕਹਦੇ ਉੱਦਾਂ ਹੀ ਕਰੀ ਜਾ। ਮਹਾਰਾਜ ਨੇ ਆਖਿਆ ਜਿੱਥੇ ਮੇਰਾ ਸਾਹਿਬ ਹੋਊਗਾ ਮੈਂ ਉੱਥੇ ਜਸ ਕਰਨਾ, ਮੈਂ ਨਹੀਂ ਕਰਨਾ। ਕਿਉਂਕਿ ਮਰਦਾਨੇ ਨੂੰ ਇਹ ਬਚਨ ਆਖਿਆ ਸੀ ਨਾ ਭਾਈ ਫਰੰਦੇ ਨੇ, ਭਰਵਾਂ ਨੇ, ਵੀ ਇਹ ਰਬਾਬ ਉਦੋਂ ਵਜਾਉਣੀ ਜਦੋਂ ਬਾਬਾ ਨਾਨਕ ਕੋਲ ਹੋਵੇ। ਇਹ ਨਾ ਹੋਵੇ ਬਾਬਾ ਕਿਤੇ ਆਸੇ ਪਾਸੇ ਹੋਵੇ ਤੇ ਤੂੰ ਕਿਸੇ ਦੇ ਵਿਆਹ 'ਚ ਜਾ ਕੇ ਵਜਾ ਕੇ ਤੇ ਆਖੇ ਮੈਂ 4 ਪੈਸੇ ਲੈ ਆਵਾਂ। ਕੋ ਸਤਨਾਮ ਵਾਹਿਗੁਰੂ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਸਾਹਿਬ ਕਹਿੰਦੇ ਬੱਚਿਓ, ਇੱਕ ਤੇ ਧਰਮਸ਼ਾਲ ਬਣਾਓ, ਉਹਦੇ 'ਚ ਰੋਜ਼ ਸਤਸੰਗ ਕਰਨਾ, ਜਿੱਦਾਂ ਆਪਾਂ ਸਵੇਰੇ ਸ਼ਾਮ ਜੁੜਦੇ ਆ, ਤੇ ਇੱਕ ਮਾੜੇ ਕੰਮ ਛੱਡਣੇ ਆ ਤੇ ਇੱਕ ਭਾਵਨਾ ਨਾਲ। ਜਿਹੜਾ ਵੀ ਆਉਂਦਾ ਹੁਣ ਤੁਸੀਂ ਉਹਨੂੰ ਟੂਣਾ ਕਰਦੀਆਂ ਜੀ, ਗੁਲਾਮ ਬਣਾਉਂਦੀਆਂ ਜੇ। ਅੱਜ ਤੋਂ ਬਾਅਦ ਜਿਹੜਾ ਤੁਹਾਡੀ ਇਸ ਨਗਰੀ 'ਚ ਆਊਗਾ ਉਹਨੂੰ ਵਧੀਆ ਪ੍ਰਸ਼ਾਦਾ, ਵਧੀਆ ਬਿਸਤਰਾ, ਪੱਖਾ ਝੱਲਣਾ ਤੇ ਉਹਦੇ ਪੈਰ ਧੋ ਕੇ ਸਾਫ਼ ਕਰਨੇ। ਇਹ ਗੁਰਸਿੱਖੀ ਜੇ। ਮਹਾਰਾਜ ਨੇ ਆਖਿਆ ਬਚਨ ਕਬੂਲ ਹੈ। ਸਿੱਖ ਸੰਤਨ ਸੇਵੋ ਹੋਏ ਭਲੋ ਤੁਮ, ਗਰੀਬ ਪਰੇ ਨਹਿ ਅੰਤ ਕਫਾਹੀ। ਤੇ ਮਹਾਰਾਜ ਸਾਹਿਬ ਕਹਿੰਦੇ ਜੇ ਇਹ ਕੰਮ ਨਹੀਂ ਨਾ ਕਰ ਸਕਦੀਆਂ ਤੇ ਹੁਣ ਤੇ ਤੁਹਾਨੂੰ 1 ਜੂਨ 'ਚ ਹੀ ਪੈਣਾ ਪਿਆ, ਭੇਡ ਬਣਨਾ ਪਿਆ ਤੇ ਕੁੱਤੀ, ਤੇ ਨਹੀਂ ਤੇ ਫਿਰ 84 ਲੱਖ ਜੂਨਾਂ 'ਚ ਪੈ ਜਾਓਗੇ ਜੇ ਗੁਰਸਿੱਖੀ ਨਾ ਕਮਾਈ। ਤੇ ਛਡਾਉਣਾ ਫਿਰ ਵੀ ਗੁਰੂ ਤੋਂ ਬਿਨਾਂ ਕਿਸੇ। ਮੂਲਾ ਖੱਤਰੀ 239 ਸਾਲ ਜੂਨਾਂ 'ਚ ਰਿਹਾ, ਪਹਿਲੇ ਜਾਮੇ 'ਚ ਵਿਛੜਿਆ। ਫਿਰ ਮਹਾਰਾਜ ਜਦੋਂ 10ਵੇਂ ਜਾਮੇ 'ਚ ਸ਼ਿਕਾਰ ਘਾਟ ਗੁਰਦੁਆਰਾ ਹਜ਼ੂਰ ਸਾਹਿਬ ਨੂੰ ਜਾਈਏ, ਉੱਥੇ ਫਿਰ ਮਹਾਰਾਜ ਨੇ ਤੀਰ ਮਾਰਿਆ। ਬੜੀਆਂ ਕਥਾ ਨੇ। ਬਾਦਸ਼ਾਹ ਕਹਿੰਦੇ ਬੱਚਿਓ ਗੁਰਸਿੱਖੀ ਨੂੰ ਕਮਾਇਓ, ਤੁਹਾਡਾ ਭਲਾ ਹੋਵੇਗਾ। ਸੋਨ ਦੀਨ ਪਏ ਬਨਹੀ ਮੁਖ ਤੇ, ਤੁਮਰੇ ਅਨਸਾਰ ਬਿਨਾ ਹਮ ਨਾਹੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਬੱਚੀਆਂ ਨੇ ਫਿਰ ਹੱਥ ਜੋੜੇ, ਬਾਬਾ
ਜੇ ਤੂੰ ਸਾਨੂੰ ਬੱਚੀਆਂ ਕਿਹਾ ਵਾ ਤੇ ਸਾਨੂੰ ਤੇਰੀਆਂ ਬੱਚੀਆਂ ਬਣਨ ਦਾ ਮੌਕਾ ਮਿਲੇ। ਸਾਨੂੰ ਇਹ ਭੁੱਲ ਬਖਸ਼ੋ, ਅਸੀਂ ਇੱਥੇ ਧਰਮਸ਼ਾਲਾ ਬਣਾਵਾਂਗੀਆਂ, ਅਸੀਂ ਤੁਹਾਡੇ ਬਚਨ ਜਿੱਦਾਂ ਕਹੋਗੀਆਂ ਉੱਦਾਂ ਹੀ ਕਰਾਂਗੀਆਂ। ਅੱਗੇ ਪ੍ਰਸੰਗ ਕਾਫੀ ਹੈ, ਸਮਾਂ ਸੰਪੂਰਨ ਹੈ, ਕੱਲ ਦੇ ਦੀਵਾਨ ਵਿੱਚ ਚੱਲਾਂਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਮੰਗਿਆ ਉਹਨਾਂ ਤੋਂ। ਆਪਾਂ ਇਹੋ ਕਥਾ ਕੀਤੀ ਨਾ, ਗੁਰੂ ਟਾਈਮ ਮੰਗਦਾ, ਉਹਨਾਂ ਨੂੰ ਦੱਸਿਆ ਵੀ ਟਾਈਮ ਕੱਢਿਆ ਕਰੋ, ਗੁਰਸਿੱਖੀ ਕਮਾਓ। ਗੁਰਸਿੱਖੀ ਪੈਰਾਂ ਹੇਠ ਵਸੰਦੀ ਧਰਤੀ, ਧਰਤੀ ਹੇਠ ਵਸੰਦਾ ਪਾਣੀ। ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖੀ ਕੀ ਇਹ ਨਿਸ਼ਾਨੀ। ਗੁਰਸਿੱਖ ਦੇ ਜੇ ਬਣਨਾ ਨਾ, ਨਿਮਰਤਾ ਚਾਹੀਦੀ ਉਹਦੇ ਲਈ, ਬਹੁਤ ਵੱਡੀ ਨਿਮਰਤਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੀ ਦਾਤ ਬਖਸ਼ ਕੇ ਨਵਾਜਣ। ਹਰ ਕਿਸੇ ਦਾ ਭਲਾ ਕਰੋ, ਕਿਸੇ ਦਾ ਮਨ ਦਿਲ ਤਨ ਨਾ ਦੁਖਿਆ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਭ ਦੀ ਯਾਤਰਾ ਸਫਲ ਕਰਨਾ, ਰਹਿਮਤ ਕਰਨਾ, ਦਇਆ ਕਰਨਾ। ਜੋ ਗੁਰੂ ਦਾਤਾ ਬਖਸ਼ਿਸ਼ਾਂ ਦਾ ਮਾਲਕ ਹੈ, ਦਇਆ ਦਾ ਘਰ ਹੈ, ਸਾਰੀ ਸ੍ਰਿਸ਼ਟੀ ਨੂੰ ਰੋਜੀ ਦੇਣ ਵਾਲਾ। ਵਾਹਿਗੁਰੂ 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 ਘਰ ਘਰ ਬਾਬਾ ਗਾਵੀਐ, 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 ਘਰ ਘਰ ਬਾਬਾ ਗਾਵੀਐ। ਵਜਨ ਤਾਲ ਮਿਰਦੰਗ ਬਾਬਾ, ਵਜਨ ਤਾਲ ਮਿਰਦੰਗ ਬਾਬਾ, ਜਨ ਤਾਲ ਮਰਦੰਗ ਬਾਬਾ, ਜਨ ਤਾਲ ਮਰਦੰਗ ਬਾਬਾ। ਹਰ ਕਰ ਬਾਬਾ ਗਾਵੀਐ, ਹਰ ਕਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਹਰ ਕਰ ਬਾਬਾ ਗਾਵੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ